ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਕਰਦੀ ਹਾਂ ਤੁਹਾਡਾ ਪੰਜਾਬੀ ਆਵਾਜ਼ ਕਹਾਣੀਆਂ 'ਤੇ। ਦੋਸਤੋ, ਕਈ ਵਾਰੀ ਇਨਸਾਨ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਬਹੁਤ ਹੱਦਾਂ ਪਾਰ ਕਰ ਜਾਂਦਾ ਹੈ। ਉਹ ਆਪਣੇ ਕਿਸੇ ਵੀ ਰਿਸ਼ਤੇ ਦੀ ਲਿਹਾਜ਼ ਨਹੀਂ ਕਰਦਾ। ਅਦਾਲਤ ਵਿੱਚ ਅੱਜ ਜੀਰਾ ਦਾ ਚੌਥਾ ਦਿਨ ਆ। ਉਹ ਫਿਰ ਸਾਰੇ ਪੂਰੇ 10 ਜਣੇ ਆਏ ਸੀ। ਸੁਖਰਾਜ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਗਵਾਹੀ ਭੁਗਤੀ ਉਹਨਾਂ ਨੇ। ਹੁਣ ਤਾਂ ਸਿਰਫ ਉਹਦਾ ਆਪਣਾ ਦੂਜੀ ਧਿਰ ਬਣ ਬੈਠਾ ਸ਼ੌਹਰ ਹੀ ਆ ਜਿਹਦੀ ਗਵਾਹੀ ਅਜੇ ਹੋਣੀ ਬਾਕੀ ਆ। ਸਭ ਤੋਂ ਪਹਿਲੀ ਗਵਾਹੀ ਉਹਦੇ ਸਹੁਰੇ ਦੀ ਇਹ ਦੱਸਣ ਲਈ ਹੋਈ ਕਿ ਉਸ ਨੇ ਵੀ ਮਕਾਨ ਵਿੱਚ ਪੈਸੇ ਕਮਾ ਕੇ ਪਾਏ ਸਨ। ਇਸ ਲਈ ਉਸ ਦੇ ਪੁੱਤਰ ਤੇ ਸੁਖਰਾਜ ਦੇ ਪਤੀ ਦੇ ਘਰ ਵਿੱਚ ਉਹਦੀ ਪਤਨੀ ਤੇ ਉਸ ਦੇ ਦੂਜੇ ਪੁੱਤਰਾਂ ਦਾ ਵੀ ਹਿੱਸਾ ਹੈ। ਕਟਹਿਰੇ 'ਚ ਆਉਂਦਿਆਂ ਸਾਰੀ ਉਸ ਹੱਥ ਜੋੜੇ ਤੇ ਸੱਚ ਬੋਲਣ ਦੀ ਸਹੁੰ ਚੁੱਕੀ ਸੀ। ਧੀਮੀ ਆਵਾਜ਼ ਵਿੱਚ ਫੁਸਫੁਸਾਇਆ ਜੋ ਵੀ ਕਿ ਅਕਸਰ ਉੱਠਦਾ ਬਹਿੰਦਾ ਕਿਹਾ ਕਰਦਾ ਸੀ, ਖਸਮ ਵਿਸਾਰੇ ਤੇ ਕਮਜ਼ਾਤ। ਭਾਵੇਂ ਸਰਕਾਰੀ ਦੋ ਭਾਸ਼ੀ ਨੂੰ ਸ਼ਾਇਦ ਇੱਕ ਵਾਕ ਸਮਝ ਨਹੀਂ ਪਿਆ, ਪਰ ਸੁਖਰਾਜ ਦੇ ਕੰਨਾਂ ਨੂੰ ਇਹ ਤੁਕ ਦਿਨ ਰਾਤ ਸੁਣਦੀ ਆ। ਜਦੋਂ ਦਾ ਇਹਨਾਂ ਦਾ ਇਹ ਪਰਿਵਾਰਕ ਝਗੜਾ ਵਕੀਲਾਂ ਤੇ ਅਦਾਲਤਾਂ ਦੇ ਪੰਜਿਆਂ ਵਿੱਚ ਪਿੰਜਿਆ ਜਾ ਰਿਹਾ ਹੈ। ਅਦਾਲਤ ਦੇ ਕਮਰੇ ਵਿੱਚ ਸਾਰੇ ਬੈਠ ਚੁੱਕੇ ਹਨ। ਗਵਾਹ ਵੀ ਸੱਜ ਧੱਜ ਚੁੱਕੇ ਸਨ। ਸੁਖਰਾਜ ਪਸ਼ੇਮਾਨ ਜੀ ਹੋਈ ਕਿਸੇ ਵਿਕਟਮ ਵਰਕਰ ਦੇ ਨਾਲ ਲਿਆਂਦੀ ਗਈ ਆ, ਕਿਉਂਕਿ ਉਹ ਇਕੱਲੀ ਆ, ਕਿਉਂਕਿ ਉਹਦੇ ਪੱਖ ਵਿੱਚ ਭੁਗਤਣ ਵਾਲਾ ਕੋਈ ਗਵਾਹ ਹੈ ਹੀ ਨਹੀਂ। ਅਦਾਲਤ ਕਮਰੇ ਵਿੱਚ ਵੜਦਿਆਂ ਉਹਦੀ ਨਿਗਾਹ ਤਾਈ ਬੰਤੀ 'ਤੇ ਪਈ, ਜਿਸ ਨੂੰ ਉਹ ਗਵਾਹੀ ਦੇਣ ਲਿਆਏ ਸਨ, ਜਿਸ ਨੇ ਅਦਾਲਤ ਨੂੰ ਦੱਸਣਾ ਸੀ ਕਿ ਉਸ ਨੇ ਸੁਖਰਾਜ ਨੂੰ ਕਿੱਥੇ ਤੇ ਕਿਹਦੇ ਨਾਲ ਹੱਥ ਵਿੱਚ ਹੱਥ ਪਾਈ ਦੇਖਿਆ ਸੀ, ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਣ ਵਿੱਚ ਭੰਡੀ ਕਰਨ ਵਿੱਚ ਕਾਫੀ ਮਾਹਿਰ ਹੈ ਤੇ ਲੋਕ ਆਪਣੇ ਝਗੜਿਆਂ ਵਿੱਚ ਉਸ ਨੂੰ ਅਕਸਰ ਗਵਾਹੀ ਲਈ ਭਾੜੇ 'ਤੇ ਲੈ ਕੇ ਜਾਂਦੇ ਹਨ। ਇਸ ਬਗਾਨੇ ਮੁਲਕ ਵਿੱਚ ਸਿਰਫ ਗੁਰਜੀਤ ਉਸ ਦਾ ਪਤੀ ਹੀ ਸੀ ਜੋ ਮਾਪਿਆਂ, ਭਰਾਵਾਂ ਤੇ ਹੋਰ ਪਿੰਡ ਦੇ ਬੰਦਿਆਂ ਦੀ ਚੁੱਕ ਵਿੱਚ ਆ ਕੇ ਸਾਰਾ ਮਾਮਲਾ ਅਦਾਲਤ ਤੱਕ ਘੜੀਸ ਲਿਆਇਆ ਸੀ। ਉਸ ਦੇ ਬਹੁਤ ਵਾਸਤੇ ਪਾਉਣ 'ਤੇ ਵੀ, ਤਿੰਨਾਂ ਬੱਚਿਆਂ ਲਈ ਤਰਸ ਕਰਨ ਦੇ ਤਰਲੇ ਕਰਨ 'ਤੇ ਵੀ ਉਹ ਟਸ ਤੋਂ ਮਸ ਨਹੀਂ ਸੀ ਹੋਇਆ। ਉਹਦੇ ਹਿਰਦੇ ਦਾ ਦੁਆਰ ਸ਼ਾਇਦ ਕਿਸੇ ਅਜਿਹੀ ਕੋਰੀ ਸਿੱਲ ਰੱਖ ਕੇ ਸਦਾ ਲਈ ਬੰਦ ਕਰ ਦਿੱਤਾ ਗਿਆ ਸੀ। ਇਹ ਤਾਂ ਉਹ ਗੁੱਜਰ ਰਹਿ ਹੀ ਨਹੀਂ ਸੀ ਗਿਆ ਜੋ ਐਨੇ ਚਾਵਾਂ ਮਲਾਰਾਂ ਨਾਲ ਸੁਖਰਾਜ ਨੂੰ ਇੰਡੀਆ ਤੋਂ ਅੱਜ ਤੋਂ 17 ਸਾਲ ਪਹਿਲਾਂ ਵਿਆਹ ਕੇ ਲਿਆਇਆ ਸੀ। ਵੀਜ਼ਾ ਲੱਗਣ ਦੇ 6 ਮਹੀਨੇ ਦੇ ਵਿੱਚ ਜਿਸ ਨੇ ਮਹੀਨੇ ਤੇ 3 ਗੇੜੇ ਮਾਰੇ ਸਨ, ਆਖੇ ਮੈਂ ਹੁਣ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ। ਉਸ ਇਮੀਗ੍ਰੇਸ਼ਨ ਦਾ ਸਿਲਸਿਲਾ ਦਿਨ ਰਾਤ ਇੱਕ ਕਰਕੇ ਤੇਜ਼ ਕਰਵਾ ਲਿਆ ਸੀ ਸ਼ਾਇਦ। ਸੁਖਰਾਜ ਆ ਗਈ। ਗੁੱਜਰ ਨੂੰ ਮਿਲ ਵਿੱਚ ਪੱਕੀ ਨੌਕਰੀ ਮਿਲੀ ਹੋਈ ਸੀ, ਜਾਨ ਤੋੜ ਤੇ ਚੰਗੇ ਪੈਸੇ ਕਮਾਉਂਦਾ ਸੀ। ਸੁਖਰਾਜ ਵੀ ਆਉਂਦੀ ਨੂੰ ਕਿਸੇ ਗ੍ਰੀਨ ਹਾਊਸ ਵਿੱਚ ਕੰਮ ਮਿਲ ਗਿਆ। ਉਸ ਨੂੰ ਤਾਂ ਜਾਪੇ ਜਿਵੇਂ ਕੋਈ ਸਵਰਗ ਲੱਭ ਗਿਆ ਹੋਵੇ। ਸੁਖਰਾਜ ਤੇ ਉਹਦਾ ਪਤੀ ਦੋਨੋਂ ਦਿਨ ਰਾਤ ਮਿਹਨਤ ਕਰਨ ਲੱਗੇ। ਪੈਸਾ ਆਉਣ ਲੱਗਿਆ। 2 ਸਾਲਾਂ ਵਿੱਚ ਗੁੱਜਰ ਨੇ ਆਪਣੇ ਮਾਪਿਆਂ ਤੇ ਨਾਲ 2 ਭਰਾਵਾਂ ਤੇ 2 ਭੈਣਾਂ ਨੂੰ ਸਪਾਂਸਰ ਕਰ ਲਿਆ। ਉੱਧਰ ਉਹਨਾਂ ਦੀ ਅਰਜ਼ੀ ਨਿਕਲਣ ਦੀ ਆਸ ਬੱਝੀ, ਇੱਧਰ ਸੁਖਰਾਜ ਆਸ਼ਵੰਦ ਹੋ ਗਈ। ਜ਼ਿੰਦਗੀ ਬਹੁਤ ਹੀ ਖੁਸ਼ੀ ਲੰਘ ਰਹੀ ਸੀ, ਪਰ ਔਰਤ ਦੇ ਦਿਲ ਨੂੰ ਸਦਾ ਹੀ ਇਹ ਤੌਖਲਾ ਤੇ ਧੜਕੂ ਲੱਗਿਆ ਰਹਿੰਦਾ ਹੈ ਕਿ ਕਿਤੇ ਇਹ ਖੁਸ਼ੀ ਛਲਾਵਾ ਨਾ ਹੋਵੇ, ਕਿਤੇ ਇਹ ਖੁਸ਼ੀ ਛਿਣ ਭੰਗਰੀ ਨਾ ਹੋਵੇ। ਫਿਰ 2 ਸਾਲਾਂ ਦੇ ਵਕਫੇ ਵਿੱਚ ਉਹਨਾਂ ਦੇ 2 ਬੇਟੇ ਹੋ ਗਏ। ਉਹਨਾਂ ਮਿਹਨਤ ਕਰਕੇ ਇੱਕ ਛੋਟਾ ਜਿਹਾ ਘਰ ਵੀ ਲੈ ਲਿਆ। ਸਮਾਂ ਉੱਡਦਾ ਜਾ ਰਿਹਾ ਸੀ। ਉਹ ਦਿਨ ਵੀ ਆ ਗਿਆ ਜਦੋਂ ਸੁਖਰਾਜ ਦੇ ਸੱਸ ਸਹੁਰਾ, 2 ਦਿਓਰ, 2 ਨਨਾਣਾ ਵੀ ਕੈਨੇਡਾ ਦੀ ਧਰਤੀ 'ਤੇ ਆ ਉਤਰੇ। ਗੁੱਜਰ ਨੂੰ ਬਹੁਤ ਚਾਅ ਸੀ। ਉਹ ਘੜੀ ਮੁੜੀ ਸੁਖਰਾਜ ਨੂੰ ਜੱਫੀ ਪਾਉਂਦਾ ਤੇ ਕਹਿੰਦਾ, ਹੁਣ ਤੇਰਾ ਕੰਮ ਤਾਂ ਸੌਖਾ ਹੋ ਜਾਊ, ਬੇਬੇ ਸਾਂਭੂ ਬੱਚਿਆਂ ਨੂੰ ਤੇ ਤੂੰ ਫਿਰ ਕੰਮ 'ਤੇ ਚਲੀ ਜਾਈਂ। ਐਨੇ ਨੂੰ ਅਦਾਲਤ ਦੇ ਸੈਰਫ ਨੇ ਕਿਹਾ, ਆਲ ਰਾਈਜ਼। ਇਹ ਉਹ ਵਾਕ ਹੁੰਦਾ ਜੋ ਜੱਜ ਸਾਹਿਬ ਦੇ ਅਦਾਲਤ ਵਿੱਚ ਪਧਾਰਨ ਉੱਤੇ ਉਸ ਦੇ ਸਨਮਾਨ ਵਿੱਚ ਸਾਰਿਆਂ ਨੂੰ ਖੜ੍ਹੇ ਹੋ ਜਾਣ ਲਈ ਕਿਹਾ ਜਾਂਦਾ ਹੈ। ਸਾਰੇ ਇੱਕਦਮ ਉੱਠ ਕੇ ਖੜ੍ਹੇ ਹੋ ਗਏ। ਐਨੇ ਨੂੰ 2 ਗੋਰੀਆਂ ਹੱਸਦੀਆਂ ਕੋਰਟ ਦੇ ਭਾਰੇ ਦਰਵਾਜ਼ੇ ਖੋਲ੍ਹ ਕੇ ਅੰਦਰ ਵੜੀਆਂ। ਉਹਨਾਂ 'ਚੋਂ ਇੱਕ ਗੁੱਜਰ ਦੇ ਨਾਲ ਜਾ ਕੇ ਬੈਠ ਗਈ, ਦੂਜੀ ਗੁੱਜਰ ਦੇ ਛੋਟੇ ਭਰਾ ਹਰਨਾਮ ਨਾਲ ਜਾ ਬੈਠੀ। ਸਮਾਂ
ਬਹੁਤ ਹੀ ਕਰਵਟਾਂ ਲੈਂਦਾ ਹੈ ਤੇ ਅਗਲੇ ਮੋੜ ਦਾ ਕਦੇ ਵੀ ਪਤਾ ਨਹੀਂ ਕਿ ਅੱਗੋਂ ਕੀ ਹੋਣ ਵਾਲਾ ਹੈ। 3 ਕੁ ਸਾਲ ਲੰਘੇ ਹੋਣੇ ਆ, ਇੰਨੇ ਵਿੱਚ ਸੁਖਰਾਜ ਦੇ ਵੱਡੇ ਦਿਓਰ ਦੀ ਵਹੁਟੀ ਵੀ ਆ ਗਈ। ਨਨਾਣਾ ਜੋ 22-22 ਸਾਲਾਂ ਦੀਆਂ ਜੋੜੀਆਂ ਸਨ, ਉਹਨਾਂ ਦਾ ਵੀ ਵਿਆਹਣ ਦੀ ਗੱਲ ਪਹਿਲਾਂ ਹੀ ਇੰਡੀਆ ਚੱਲ ਰਹੀ ਸੀ। ਜਿੱਥੇ ਖਰਚੇ ਵੱਧ ਗਏ ਸਨ, ਉੱਥੇ ਘਰ ਦੇ ਜੀਅ ਵੀ ਹੋਰ ਕਮਾਉਣ ਵਾਲੇ ਵੱਧ ਗਏ ਸੀ। ਸਾਰੇ ਖਰਚੇ ਸਮੇਂ-ਸਮੇਂ ਪੂਰੇ ਹੁੰਦੇ ਗਏ, ਪਰ ਘਰ ਦੀ ਮੌਰਗੇਜ, ਬਿੱਲ, ਬੱਤੀਆਂ, ਗਰੋਸਰੀ ਆਦਿ ਦਾ ਖਰਚਾ ਗੁਜ਼ਰ ਹੀ ਕਰਦਾ ਰਿਹਾ। ਹੌਲੀ-ਹੌਲੀ ਸਮਾਂ ਹੋਰ ਕਰਵਟ ਲੈਣ ਲੱਗਿਆ ਸੀ। ਛੋਟਾ ਦਿਓਰ ਪੜ੍ਹਨ ਤਾਂ ਜਾਂਦਾ ਸੀ, ਨਾਲ ਹੀ ਉਸਨੇ 2 ਗੋਰੀਆਂ ਸਹੇਲੀਆਂ ਵੀ ਬਣਾ ਲਈਆਂ। ਪਹਿਲਾਂ ਤਾਂ ਰਾਤ-ਰਾਤ ਬਾਹਰ ਰਹਿਣ ਲੱਗਿਆ, ਪਰ ਜਦੋਂ ਗੁੱਜਰ ਤੇ ਉਹਦੇ ਬਾਪੂ ਨੇ ਉਹਨੂੰ ਬਿਠਾਲ ਕੇ ਚੰਗੀ ਤਰ੍ਹਾਂ ਸਮਝਾਇਆ ਤੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਬਹੁਤ ਦੇਰ ਰਾਤ ਤੱਕ ਬਾਹਰ ਨਾ ਰਿਹਾ ਕਰੇ, ਸਮਾਂ ਚੰਗਾ ਨਹੀਂ। ਹਾਂ, ਉਹਦੇ ਦੋਸਤ ਉਹ ਘਰ ਵੀ ਕਦੇ-ਕਦੇ ਹੀ ਬੁਲਾ ਸਕਦਾ ਹੈ, ਤਾਂ ਉਹ ਕੁਝ ਕੁ ਹਟਿਆ ਸੀ। ਸਮਾਂ ਲੰਘਦਾ ਗਿਆ, ਘਰ ਵਿੱਚ ਸਾਰਿਆਂ ਦੀ ਕਮਾਈ ਦੇ ਇੰਨੇ ਕੁ ਪੈਸੇ ਆਉਣ ਲੱਗੇ ਕਿ ਇੱਕ ਦਿਨ ਗੁੱਜਰ ਤੇ ਬਾਪੂ ਨੇ ਇੱਕ 5 ਕੁ ਏਕੜ ਬਲੂਬੈਰੀ ਫਾਰਮ ਦਾ ਸੌਦਾ ਕਰ ਲਿਆ, ਜੋ ਘਰ ਤੋਂ ਥੋੜ੍ਹੀ ਦੂਰ ਸੀ, ਜਿਸ ਵਿੱਚ ਇੱਕ ਪੁਰਾਣਾ ਫਾਰਮ ਹਾਊਸ ਵੀ ਬਣਿਆ ਹੋਇਆ ਸੀ, ਜੋ ਭਾਵੇਂ ਰਿਹਾਇਸ਼ ਕਰਨ ਯੋਗ ਤਾਂ ਨਹੀਂ ਸੀ, ਪਰ ਸੁਖਰਾਜ ਦੇ ਸੱਸ ਸਹੁਰਾ ਇਹੀ ਰੱਟ ਲਾਈ ਜਾ ਰਹੇ ਸੀ ਕਿ ਕੱਲ੍ਹ ਨੂੰ ਜਵਾਈਆਂ ਨੇ ਆਉਣਾ ਹੈ, ਉਸ ਪੁਰਾਣੇ ਘਰ ਦੀ ਚੰਗੀ ਤਰ੍ਹਾਂ ਮੁਰੰਮਤ ਕਰਕੇ ਰਿਹਾਇਸ਼ ਯੋਗਾ ਬਣਾ ਕੇ ਉੱਥੇ ਚਲੇ ਜਾਣਗੇ। ਬਸ ਸਭ ਕੁਝ ਬਦਲ ਗਿਆ। ਸਾਰੇ ਫਾਰਮ ਵਿੱਚ ਕੰਮ ਕਰਨ ਲੱਗੇ, ਪਰ ਗੁੱਜਰ ਨੇ ਮਿਲ ਦੀ ਨੌਕਰੀ ਨਾ ਛੱਡੀ ਤੇ ਨਾ ਹੀ ਸੁਖਰਾਜ ਨੇ ਆਪਣੀ ਗ੍ਰੀਨ ਹਾਊਸ ਦੀ। ਹਾਂ, ਸ਼ਾਮ ਨੂੰ ਤੇ ਛੁੱਟੀਆਂ ਵਿੱਚ ਸਾਰੇ ਫਾਰਮ ਵਿੱਚ ਕੰਮ ਕਰਦੇ। ਦੋਹਾਂ ਕੁੜੀਆਂ ਦੇ ਵਿਆਹ ਕਰਨ ਜਾਣਾ ਸੀ, ਸੋ ਸਾਰਿਆਂ ਨੇ ਦੱਬਲ ਕੇ ਮਿਹਨਤ ਕੀਤੀ। ਉਸ ਸਾਲ ਬੇਰੀ ਵੀ ਬਹੁਤ ਭਰਮੀ ਹੋਈ ਸੀ, ਜਿਸ ਤੋਂ ਫਾਰਮ ਦੇ ਸਾਰੇ ਖਰਚੇ ਕੱਢ ਕੇ ਇੰਨੇ ਕੁ ਪੈਸੇ ਬਣ ਗਏ ਕਿ ਸਾਰੇ ਇੰਡੀਆ ਜਾ ਕੇ ਕੁੜੀਆਂ ਦੇ ਵਿਆਹ ਕਰ ਆਉਂਦੇ। ਸੁਖਰਾਜ ਦੇ ਦਿਮਾਗ ਵਿੱਚ ਬੀਤੇ ਦੀਆਂ ਘਟਨਾਵਾਂ ਦੀ ਜਿਵੇਂ ਰੇਲ ਚੱਲ ਰਹੀ ਸੀ। ਉਸ ਨੂੰ ਰਹਿ ਕੇ ਸੋਚ ਵਿੱਚ ਆਉਂਦੀ, ਆਖਰ ਇਹ ਸਾਰੇ ਸਮੇਂ ਵਿੱਚ ਉਸ ਤੋਂ ਕੀ ਨੋਖਾਮੀ ਹੋ ਗਈ ਕਿ ਅੱਜ ਉਸ ਨੂੰ ਕੋਰਟਾਂ ਦੇ ਧੱਕੇ ਖਾਣੇ ਪੈ ਰਹੇ ਨੇ। ਦੋਹਾਂ ਧਿਰਾਂ ਦੇ ਵਕੀਲ ਹੁਣ ਜੱਜ ਦੇ ਸਾਹਮਣੇ ਤਣੇ ਖੜੇ ਸਨ। ਅੱਜ ਦੀ ਕਾਰਵਾਈ ਦੀ ਸੁਣਵਾਈ ਦੀ ਅਨਸੂਚੀ ਵੀ ਇਹਦਾ ਪਤਾ ਲਾਉਣ ਲਈ ਜੱਜ ਨੇ ਦੋਹਾਂ ਧਿਰਾਂ ਦੇ ਵਕੀਲਾਂ ਨੂੰ ਮਾਮਲਾ ਅਗਾਂਹ ਤੋਰਨ ਲਈ ਕਿਹਾ। ਹੁਣ ਅਗਲੀ ਗਵਾਹੀ ਉਹਦੇ ਪਤੀ ਗੁਰਜੀਤ ਸਿੰਘ ਉਰਫ ਗੁੱਜਰ ਦੀ ਸੀ। ਸੁਖਰਾਜ ਦੀਆਂ ਅੱਖਾਂ 'ਚੋਂ ਪਰਲ-ਪਰਲ ਹੰਝੂ ਵਹਿ ਤੁਰੇ। ਉਸ ਦੇ ਨਾਲ ਬੈਠੀ ਵਰਕਰ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਉਹਨੂੰ ਦਿਲਾਸਾ ਦੇਣਾ ਚਾਹਿਆ। ਗਵਾਹੀ ਅਜੇ ਸ਼ੁਰੂ ਨਹੀਂ ਸੀ ਹੋਈ ਕਿ ਜੱਜ ਨੇ ਵਕੀਲਾਂ ਤੋਂ ਪੁੱਛਿਆ ਕਿ ਜੇ ਉਹ ਚਾਹੁਣ ਤਾਂ ਅਦਾਲਤ ਦੇ ਬਾਹਰ ਇਹ ਮਾਮਲਾ ਸੁਲਝਾ ਸਕਦੇ ਹਨ। ਜੇ ਉਹਨਾਂ ਨੂੰ ਸੋਚਣ ਦਾ ਵਕਤ ਚਾਹੀਦਾ ਹੈ ਤਾਂ ਅਦਾਲਤ 20 ਮਿੰਟ ਲਈ ਬਰਖਾਸਤ ਕਰ ਦਿੱਤੀ ਜਾਂਦੀ ਆ। ਇਹ ਕਹਿ ਕੇ ਜੱਜ ਉੱਠ ਗਿਆ। ਹੁਣ ਦੋਹਾਂ ਧਿਰਾਂ ਦੇ ਵਕੀਲਾਂ ਨੇ ਇੱਕ ਦੂਜੇ ਨਾਲ ਗੱਲ ਕਰਕੇ ਦੇਖਣੀ ਸੀ ਜੇ ਕਿਸੇ ਸਮਝੌਤੇ 'ਤੇ ਪਹੁੰਚਿਆ ਜਾ ਸਕਦਾ। ਸੋ ਸਾਰੇ ਅਦਾਲਤ ਕਮਰੇ 'ਚੋਂ ਬਾਹਰ ਆਉਣ ਲੱਗੇ। ਜਦੋਂ ਸੁਖਰਾਜ ਤੇ ਉਹਦੇ ਨਾਲ ਦੀ ਵਰਕਰ ਉੱਠ ਕੇ ਜਾਣ ਲੱਗੀਆਂ ਤਾਂ ਕੋਲੋਂ ਦੀ ਲੰਘਦੇ ਗੁੱਜਰ ਨੇ ਨਹੋਰਾ ਮਾਰਿਆ, ਅਜੇ ਵੀ ਕੁਝ ਨਹੀਂ ਗਵਾਚਾ ਬਦਕਾਰੇ, ਕਸੂਰ ਮੰਨ ਕੇ ਪੈਰੀ ਪੈ ਜਾਂਦੀ, ਇੱਥੋਂ ਤੱਕ ਮਾਮਲਾ ਨਹੀਂ ਸੀ ਜਾਣਾ। ਸੁਖਰਾਜ ਠਠੰਬਰ ਕੇ ਪਿਛਾਂ ਹਟ ਗਈ ਤੇ ਕੋਲੋਂ ਜਦੋਂ ਸਹੁਰਾ ਲੰਘਣ ਲੱਗਿਆ ਤਾਂ ਉਸ ਨੂੰ ਕਿਹਾ, ਚੱਲ ਚੱਲ ਪੁੱਤਰ, ਫਿਰ ਫਸਾਦ ਪਊਗਾ, ਤੈਨੂੰ ਪਤਾ ਤਾਂ ਹੈ, ਖਸਮ ਵਸਾਰੇ ਤੇ ਕਮਜਾਤ। ਉਸਨੇ ਜਰਾ ਦੰਦਾਂ ਵਿੱਚ ਚੱਬ ਕੇ ਕਿਹਾ, ਅਸੀਂ ਨਹੀਂ ਹੁਣ ਵਸਾਉਣੀ। ਸੁਖਰਾਜ ਨੂੰ ਜਾਪਿਆ ਕਿ ਉਹ ਗਸ਼ ਖਾ ਕੇ ਡਿੱਗ ਪਏਗੀ। ਉਹ ਹੁਣ ਛੇਤੀ ਹੀ ਸੰਭਲ ਗਈ। ਇਹ ਤਾਂ ਉਹਨਾਂ ਦੀਆਂ ਅਜਿਹੀਆਂ ਦੂਸ਼ਣਬਾਜ਼ੀਆਂ ਤਾਂ ਉਹ ਪਿਛਲੇ 3 ਸਾਲਾਂ ਤੋਂ ਸੁਣਦੀ ਆ ਰਹੀ ਸੀ, ਜਦੋਂ 10 ਸਾਲਾਂ ਤੋਂ ਪਿੱਛੋਂ ਗਰਭਵਤੀ ਹੋਈ ਸੀ, ਕਿਉਂਕਿ ਉਹ ਆਪਣੇ ਪਤੀ ਨੂੰ ਉਹਦੇ ਭਰਾ ਦੇ ਨਾਲ ਲੱਗੀਆਂ ਗੋਰੀਆਂ ਫਰੈਂਡਾਂ ਦੀ ਤੇ ਮਿਲ 'ਚ ਲੱਗੀ ਡਰੱਗ ਦੀ ਲੱਤ ਰੋਕਣ ਲਈ ਪਤੀ ਨੂੰ ਨੇੜੇ ਲਿਆਉਂਦੀ 10 ਸਾਲਾਂ ਮਗਰੋਂ ਫਿਰ ਆਸ਼ਵੰਤ ਹੋ ਗਈ ਸੀ। ਇਸ ਵਾਰ ਬੇਬੀ ਰਾਣੀ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਹੀ ਜਿਵੇਂ ਸਾਰੇ ਟੱਬਰ ਨੂੰ ਲੜਨ ਲਈ ਕੋਈ ਮੁੱਦਾ ਲੱਭ ਗਿਆ ਸੀ, ਜਾਂ ਆਪਣੇ ਐਬ ਲੁਕਾਉਣ ਦੀ ਕੋਈ ਟੁੱਲ ਮਿਲ ਗਿਆ ਹੋਵੇ। ਉਹ ਉਸ ਦਿਨ ਤੋਂ ਸੁਖਰਾਜ ਨੂੰ ਬਦਚਲਣ ਤੇ ਹੋਰ ਪਤਾ ਨਹੀਂ ਕਿਹੜੇ ਵਿਸ਼ੇਸ਼ਣਾਂ ਨਾਲ ਨਿਵਾਜ ਰਹੇ ਸੀ। ਆਖਿਰ ਮਾਮਲਾ ਛੱਡ ਛੁਡਾਈ 'ਤੇ ਆ ਗਿਆ।
ਹੁਣ ਤਲਾਕ ਤਾਂ ਪੱਕਾ ਹੀ ਸੀ, ਪਰ ਹੁਣ ਗੁੱਜਰ ਤੇ ਉਹਦਾ ਪਰਿਵਾਰ ਸੁਖਰਾਜ ਨੂੰ ਘਰ ਜਾਇਦਾਦ ਵਿੱਚੋਂ ਵੀ ਕੌਡੀ ਨਹੀਂ ਸੀ ਦੇਣਾ ਚਾਹੁੰਦਾ, ਕਿਉਂਕਿ ਉਹ ਇਸ ਧਾਰਨਾ ਦੇ ਪੱਕੇ ਸਨ ਕਿ ਪਤਨੀ ਤੇ ਬਦਚਲਣੀ ਤੇ ਦੂਸ਼ਣ ਦਾ ਤਲਾਕ ਸੌਖਾ ਹੋ ਜਾਊ ਤੇ ਨਾਲੇ ਕੋਈ ਪੈਸਾ ਵੀ ਨਾ ਦੇਣਾ ਪਊ। ਉਂਝ ਵੀ ਉਹ ਮੰਨਦੇ ਸੀ ਕਿ ਅਜਿਹੀ ਔਰਤ ਨਾ ਬੱਚੇ ਰੱਖਣ ਦੇ ਕਾਬਿਲ ਆ ਤੇ ਨਾ ਹੀ ਕਿਸੇ ਪੈਸੇ ਦੀ ਹੱਕਦਾਰ। ਇਸ ਲਈ ਸਾਰਾ ਟੱਬਰ ਅਦਾਲਤ ਵਿੱਚ ਸੁਖਰਾਜ ਦੇ ਵਿਰੋਧ ਬੜੇ ਜ਼ੋਰ-ਸ਼ੋਰ ਨਾਲ ਵਧਾ ਚੜ੍ਹਾ ਕੇ ਭੁਗਤ ਰਿਹਾ ਸੀ। ਬਾਹਰ ਆ ਕੇ ਬਰਾਂਡੇ ਵਿੱਚ ਸਾਰੇ ਖੜੋ ਗਏ। ਸੁਖਰਾਜ ਨੇ ਆਪਣੇ ਵਕੀਲ ਨੂੰ ਗੁੱਜਰ ਦੀ ਹਰਕਤ ਤੋਂ ਜਾਣੂ ਕਰਵਾਇਆ। ਦੋਹਾਂ ਵਕੀਲਾਂ ਨੇ ਆਪਣੇ ਕਲਾਇੰਟ ਨਾਲ ਗੱਲ ਕਰਕੇ ਫੈਸਲਾ ਕੀਤਾ ਕਿ ਅਦਾਲਤ ਤੋਂ ਬਾਹਰ ਹੀ ਮਾਮਲਾ ਸੈਟਲ ਕਰ ਲਿਆ ਜਾਵੇ। 11:30 ਵਜੇ ਦੇ ਕਰੀਬ ਜਦੋਂ ਅਦਾਲਤ ਦੀ ਬੈਠਕ ਮੁੜਨ ਲੱਗੀ ਤੇ ਜੱਜ ਬੈਠ ਗਿਆ, ਦੋਹਾਂ ਧਿਰਾਂ ਦੇ ਵਕੀਲਾਂ ਨੇ ਜੱਜ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਕਲਾਇੰਟ ਅਦਾਲਤ ਤੋਂ ਬਾਹਰ ਹੀ ਮਾਮਲਾ ਸੁਲਝਾਉਣਾ ਚਾਹੁੰਦੇ ਨੇ। ਕੇਸ ਉਸ ਸਮੇਂ ਬਰਖਾਸਤ ਕਰ ਦਿੱਤਾ ਗਿਆ, ਜਦੋਂ ਤੱਕ ਦੋਨੋਂ ਧਿਰਾਂ ਦਾ ਕੋਈ ਫੈਸਲਾ ਕਰਕੇ ਮੁੜ ਕੋਰਟ ਵਿੱਚ ਹਾਜ਼ਰ ਨਹੀਂ ਹੁੰਦੀਆਂ। ਸੁਖਰਾਜ ਇਸ ਜ਼ਹਿਰ ਨੂੰ ਹੁਣ ਨਹੀਂ ਸੀ ਨਿਗਲ ਸਕਦੀ ਕਿ ਇੰਨੀ ਵੱਡੀ ਤੋਹਮਤ ਲਾ ਕੇ ਸਾਰੀ ਬਰਾਦਰੀ ਵਿੱਚ ਬਦਨਾਮੀ ਦਾ ਕਾਲਾ ਟੀਕਾ ਉਹਦੇ ਮੱਥੇ ਤੇ ਲਾ ਕੇ ਉਹ ਇਸ ਗੱਲ ਨੂੰ ਹੁਣ ਚੁੱਪਚਾਪ ਨੱਪ ਕਰਨਾ ਚਾਹੁੰਦੇ ਹਨ ਤਾਂ ਜੋ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦਾ ਕਦੇ ਮੌਕਾ ਹੀ ਨਾ ਮਿਲੇ। ਉਸ ਦਾ ਦਿਲ ਨਾ ਮੰਨਿਆ। ਉਹ ਜੱਜ ਦੇ ਸਾਹਮਣੇ ਜਾ ਕੇ ਚੀਖ ਕੇ ਦੱਸਣਾ ਚਾਹੁੰਦੀ ਸੀ ਕਿ ਇੱਕ ਇਲਜ਼ਾਮ ਸਰਾਸਰ ਝੂਠ ਤੇ ਫਰੇਬੀ ਹੈ। ਉਹਦੇ ਸੱਸ ਸਹੁਰਾ ਹੁਣ ਲਾਲਚ ਵਸ ਗੁਰਜੀਤ ਦਾ ਵਿਆਹ ਇੰਡੀਆ ਜਾ ਕੇ ਕਰਨਾ ਚਾਹੁੰਦੇ ਸੀ, ਕਿਉਂਕਿ ਕੈਨੇਡਾ ਦੇ ਬਿੱਲੇ ਨਾਲ ਉਹ ਪਹਿਲਾਂ ਹੀ ਉਹਦੇ ਦਿਓਰ ਹਰਨਾਮ ਦੇ ਵਿਆਹ ਵਿੱਚ 10 ਲੱਖ ਰੁਪਇਆ ਕੁੜੀ ਵਾਲਿਆਂ ਤੋਂ ਬਟੋਰ ਚੁੱਕੇ ਸਨ ਤੇ ਹਰਨਾਮ ਦੇਸੋਂ ਆਈ ਨਵੀਂ ਵਹੁਟੀ ਨੂੰ ਏਅਰਪੋਰਟ ਤੋਂ ਲੈਣ ਵੀ ਗਿਆ। ਗੋਰੀ ਸਹੇਲੀ ਨੂੰ ਨਾਲ ਲੈ ਕੇ ਗਿਆ ਸੀ, ਜਿਸ ਦਾ ਸਾਥ ਉਹਨੇ ਅਜੇ ਵੀ ਨਹੀਂ ਸੀ ਛੱਡਿਆ। ਨਵੀਂ ਨਵੇਲੀ ਬਹੂ ਦਿਨਾਂ ਵਿੱਚ ਹੀ ਹੇਰਵੇ ਝੋਰੇ ਤੇ ਇਕੱਲਤਾ ਵਿੱਚ ਬੁੱਸ ਗਈ ਸੀ। ਸੁਖਰਾਜ ਨੇ ਆਪਣੀ ਵਰਕਰ ਨਾਲ ਦਿਲ ਦਾ ਤੌਖਲਾ ਸਾਂਝਾ ਕੀਤਾ। ਉਸ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਵਕੀਲ ਨਾਲ ਜ਼ੋਰਦਾਰ ਸ਼ਬਦਾਂ ਵਿੱਚ ਗੱਲ ਕਰੇ ਤੇ ਕਹੇ ਉਹ ਕੋਰਟ ਵਿੱਚ ਹੀ ਆਪਣਾ ਪੱਖ ਪੇਸ਼ ਕਰਕੇ ਮਾਮਲਾ ਨਿਪਟਾਉਣਾ ਚਾਹੁੰਦੀ ਹੈ। ਸੁਖਰਾਜ ਨੇ ਆਪਣੇ ਵਕੀਲ ਨੂੰ ਬਥੇਰਾ ਕਿਹਾ ਕਿ ਉਹ ਕਿਸੇ ਬਿੱਕਰ ਸਿੰਘ ਨੂੰ ਨਹੀਂ ਜਾਣਦੀ, ਜਿਸ ਦੇ ਨਾਮ ਨਾਲ ਉਸ ਦਾ ਨਾਮ ਜੋੜ ਕੇ ਨਾ ਸਿਰਫ ਉਸ ਨੂੰ ਬਦਨਾਮ ਕੀਤਾ ਜਾ ਰਿਹਾ, ਸਗੋਂ ਉਸ ਦਾ ਨਾਮ ਉਹਦੇ ਪਤੀ ਨੇ ਤਲਾਕ ਦੀ ਪਟੀਸ਼ਨ ਵਿੱਚ ਵੀ ਲਿਖਵਾਇਆ ਹੈ ਤੇ ਤਲਾਕ ਦਾ ਕਾਰਨ ਬਦਚਲਣੀ ਲਿਖਿਆ। ਪਰ ਸੁਖਰਾਜ ਦੇ ਵਕੀਲ ਨੇ ਉਲਟਾ ਉਸ ਨੂੰ ਪੁੱਛਿਆ ਕਿ ਜੇ ਕੋਰਟ ਵਿੱਚ ਵਾਪਸ ਜਾਂਦੇ ਹਾਂ ਤਾਂ ਕੀ ਉਸ ਕੋਲ ਕੋਈ ਸਬੂਤ ਹੈ ਕਿ ਉਹਦੇ ਬਿੱਕਰ ਸਿੰਘ ਨਾਲ ਕੋਈ ਸਬੰਧ ਹੀ ਨਹੀਂ ਹਨ। ਉਸ ਨੂੰ ਲੱਗਿਆ ਉਹਦਾ ਵਕੀਲ ਹੀ ਜਦ ਉਸ 'ਤੇ ਯਕੀਨ ਨਹੀਂ ਕਰ ਰਿਹਾ ਤਾਂ ਉਹ ਕੀ ਕਰ ਸਕਦੀ ਹੈ। ਉਂਝ ਵੀ ਵਕੀਲ ਦਾ ਕਹਿਣਾ ਹੈ ਕਿ ਮਾਮਲਾ ਤੇ ਹੁਣ ਨਿਬੇੜਨਾ ਹੀ ਚਾਹੁੰਦੇ ਨੇ ਬਣਦਾ। 8ਵਾਂ ਹਿੱਸਾ ਤੇ ਬੱਚਿਆਂ ਦਾ ਅੱਧਾ ਖਰਚ ਦਵਾ ਰਿਹਾ ਹੈ, ਹੋਰ ਕੀ ਚਾਹੀਦਾ ਹੈ। ਪਰ ਸੁਖਰਾਜ ਦੀ ਗੱਲ ਵਕੀਲ ਸੁਣ ਨਹੀਂ ਸੀ ਰਿਹਾ। ਉਹ ਕਹਿੰਦੀ ਸੀ ਕਿ ਉਹ ਬਦਨਾਮੀ ਦੇ ਦਾਗ ਨਾਲ ਨਹੀਂ ਜਿਉਣਾ ਚਾਹੁੰਦੀ। ਉਹ ਬੱਚਿਆਂ ਨੂੰ ਕੀ ਦੱਸੇਗੀ। ਉਹਦਾ ਪਿਤਾ ਤਾਂ ਇਸ ਬਿਨਾਂ ਤੇ ਉਹਦੇ ਬੱਚੇ ਵੀ ਖੋਣ ਨੂੰ ਜ਼ੋਰ ਲਾ ਰਿਹਾ ਹੈ। ਆਖਿਰ ਦੋਹਾਂ ਵਕੀਲਾਂ ਨੇ ਆਮੋ ਸਾਹਮਣੇ ਬੈਠ ਕੇ ਦੋਹਾਂ ਧਿਰਾਂ ਦੀਆਂ ਸ਼ਰਤਾਂ 'ਤੇ ਸਮਝੌਤਾ ਕਰਨ ਲਈ ਸਮਾਂ ਮਿਥ ਲਿਆ। ਸੁਖਰਾਜ ਦਾ ਹੌਸਲਾ ਜੋ ਪਹਿਲਾਂ ਹੀ ਪਸਤ ਹੋ ਚੁੱਕਿਆ ਸੀ, ਹੁਣ ਹਿੰਮਤ ਹਾਰਦੀ ਲੱਗਦੀ ਸੀ, ਸੋਚਦੀ ਕਿ ਉਹ ਇਸ ਮੀਟਿੰਗ ਵਿੱਚ ਉਹਨਾਂ ਦਾ ਸਾਹਮਣਾ ਕਿਵੇਂ ਕਰੇਗੀ। ਰੋਂਦੀ ਰਹੀ ਸੱਚ ਦੀ ਆਵਾਜ਼ ਮੈਂ ਅੰਦਰੋਂ ਉਹਦੇ ਆ ਰਹੀ ਸੀ। ਉਸ ਨੂੰ ਬਾਰ-ਬਾਰ ਕਹਿ ਰਹੀ ਸੀ ਕਿ ਜਿਸ ਦਾ ਦੁਨੀਆ ਤੇ ਕੋਈ ਨਹੀਂ ਬਣਿਆ, ਉਸ ਦਾ ਰੱਬ ਗਵਾਹ ਬਣਦਾ ਹੈ। ਸੱਚ ਹੈ ਤੇਰੇ ਅੰਦਰ, ਇਹ ਤੇਰਾ ਸਾਰਥੀ ਹੈ। ਸਮਾਂ ਆ ਗਿਆ। ਦੋਵੇਂ ਧਿਰਾਂ ਵੱਡੀ ਸਾਰੀ ਮੇਜ਼ ਦੇ ਆਰ-ਪਾਰ ਬੈਠ ਗਈਆਂ। ਗੁਰਜੀਤ, ਉਹਦਾ ਸਾਰਾ ਪਰਿਵਾਰ, ਉਸ ਦਾ ਵਕੀਲ ਇੱਕ ਪਾਸੇ, ਸੁਖਰਾਜ ਉਸ ਦਾ ਵਕੀਲ ਤੇ ਇੱਕ ਵਰਕਰ ਦੂਜੇ ਪਾਸੇ। ਪਹਿਲਾਂ ਗੁਰਜੀਤ ਦੇ ਵਕੀਲ ਨੇ ਮੰਗਾਂ ਰੱਖੀਆਂ। ਮੈਂ ਗੁਰਜੀਤ ਸਿੰਘ ਆਪਣੀ ਪਤਨੀ ਸੁਖਰਾਜ ਕੌਰ ਨੂੰ ਕਿਸੇ ਗੈਰ ਮਰਦ ਨਾਲ ਨਜਾਇਜ਼ ਸੰਬੰਧ ਰੱਖਣ ਤੇ ਬਦਚਲਣੀ ਦੇ ਆਧਾਰ ਤੇ ਤਲਾਕ ਦਿੰਦਾ। ਇਸ ਵਿੱਚ ਹੇਠਾਂ ਲਿਖੀਆਂ ਸ਼ਰਤਾਂ ਨਾਲ ਸੈਟਲਮੈਂਟ ਕੀਤੀ ਗਈ ਆ। ਮੇਰੇ ਘਰ ਵਿੱਚ 8 ਹਿੱਸੇ ਹਨ, ਜਿਸ ਵਿੱਚ ਮੇਰੇ ਮਾਂ-ਬਾਪ ਦਾ ਅੱਧਾ ਹਿੱਸਾ
ਬਾਕੀ ਅੱਧਾ ਹਿੱਸਾ 2 ਭਰਾਵਾਂ ਤੇ 2 ਭੈਣਾਂ ਵਿੱਚ ਬਰਾਬਰ ਵੰਡਿਆ ਗਿਆ। ਮੇਰੇ ਹਿੱਸੇ ਵਿੱਚ ਅੱਧਾ ਹਿੱਸਾ ਸੁਖਰਾਜ ਕੌਰ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਂ ਉਹਦਾ ਕੋਈ ਪੈਸਾ ਨਹੀਂ ਦੇਣਾ। ਸਿਰਫ 2 ਬੱਚੇ, ਦੋਨੋਂ ਮੁੰਡਿਆਂ ਦੀ ਕਸਟਡੀ ਸਾਂਝੀ ਹੈ। ਇਸ ਕਰਕੇ ਉਹਨਾਂ ਦੀ ਦੇਖਭਾਲ ਦਾ ਅੱਧਾ ਸਮਾਂ ਬੱਚੇ ਮੇਰੇ ਕੋਲ ਰਹਿਣਗੇ, ਅੱਧਾ ਸਮਾਂ ਆਪਣੀ ਮਾਂ ਕੋਲ। ਇਸ ਲਈ ਬੱਚਿਆਂ ਦਾ ਖਰਚਾ ਵੀ ਅੱਧਾ ਦਿੱਤਾ ਜਾਵੇਗਾ। ਤੀਸਰਾ ਬੱਚਾ ਬੇਬੀ ਰਾਣੀ ਮੇਰਾ ਨਹੀਂ ਹੈ, ਇਸ ਲਈ ਉਹਦਾ ਖਰਚਾ ਨਹੀਂ ਮੈਂ ਦਿਆਂਗਾ ਤੇ ਨਾ ਹੀ ਮੈਂ ਉਸ ਨੂੰ ਰੱਖਾਂਗਾ। ਜਦ ਗੁਰਜੀਤ ਦਾ ਵਕੀਲ ਉਹਦਾ ਐਫੀਡੇਵਿਟ ਪੜ੍ਹ ਰਿਹਾ ਸੀ, ਸੁਖਰਾਜ ਦਾ ਦਿਲ ਕਰ ਰਿਹਾ ਸੀ ਕਿ ਧਰਤੀ ਇੱਥੇ ਹੀ ਪਾਟ ਜਾਵੇ, ਉਹ ਇਸ ਵਿੱਚ ਬਿਨਾਂ ਮੂੰਹ ਖੋਲ੍ਹਿਆਂ ਸਮਾ ਜਾਵੇ। ਪਰ ਅਜਿਹਾ ਨਹੀਂ ਸੀ ਹੋਣਾ, ਨਾ ਹੋਇਆ। ਇਹ ਉਸ ਨੂੰ ਸੁਣਨਾ ਹੀ ਪੈਣਾ ਸੀ। ਪਰ ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਆਪਣੇ ਅੱਥਰੂ ਨਾ ਰੋਕ ਸਕੀ। ਐਨੇ ਨੂੰ ਸੁਖਰਾਜ ਦੇ ਵਕੀਲ ਨੇ ਜਿਵੇਂ ਬੜੀ ਤ੍ਰਿਸਕਾਰ ਭਰੀ ਨਜ਼ਰ ਨਾਲ ਉਸ ਵੱਲ ਦੇਖ ਕੇ ਪੁੱਛਿਆ, ਸ਼੍ਰੀਮਤੀ ਸੁਖਰਾਜ ਕੌਰ, ਕੀ ਤੁਹਾਨੂੰ ਸਰਦਾਰ ਗੁਰਜੀਤ ਸਿੰਘ ਵੱਲੋਂ ਪੇਸ਼ ਕੀਤੀਆਂ ਸ਼ਰਤਾਂ ਮਨਜ਼ੂਰ ਨੇ? ਸੁਖਰਾਜ ਦਾ ਹਟਕੋਰਾ ਨਿਕਲ ਗਿਆ ਤੇ ਹੰਝੂਆਂ ਨੂੰ ਰੋਕਦਿਆਂ ਬੋਲੀ, ਵਕੀਲ ਸਾਹਿਬ, ਇਹ ਸਰਾਸਰ ਝੂਠ ਆ। ਇੰਨਾ ਝੂਠ ਬੋਲ ਕੇ ਬੰਦਾ ਕਿਵੇਂ ਆਪਣੀ ਜ਼ਮੀਰ ਅੱਗੇ ਖੜੋ ਸਕਦਾ ਹੈ? ਜੇ ਮੈਂ ਪਾਪ ਕੀਤਾ ਹੈ ਤਾਂ ਇਸ ਪਾਪ ਦਾ ਬੋਝ ਲੈ ਕੇ ਮੈਂ ਕਿਵੇਂ ਜਿਉ ਸਕਾਂਗੀ? ਸੁਖਰਾਜ ਨੇ ਆਪਣੇ ਸਾਰੇ ਅੱਥਰੂ ਪੂੰਝ ਲਏ ਤੇ ਜਿਵੇਂ ਸੱਚ ਦਾ ਸੂਰਜ ਉਸ ਦੇ ਵਿੱਚ ਉਦੇ ਹੋ ਜਾ ਰਿਹਾ ਸੀ। ਉਹਦਾ ਚਿਹਰਾ ਭਖਣ ਲੱਗਿਆ ਸੀ। ਉਹਦੀਆਂ ਅੱਖਾਂ ਅੱਗੋਂ ਉਹਦੇ ਪਤੀ ਤੇ ਉਹਦੇ ਮਾਪਿਆਂ ਦਾ ਪਿਛਲੇ ਕਈ ਸਾਲਾਂ ਤੇ ਖਾਸ ਕਰਕੇ ਪਿਛਲੇ 3 ਸਾਲਾਂ ਦੇ ਢਾਏ ਜ਼ੁਲਮ, ਦੁਰਵਿਵਹਾਰ, ਧੋਖੇਬਾਜ਼ੀ ਅਤੇ ਚਲਾਕੀਆਂ ਦੀਆਂ ਘਟਨਾਵਾਂ, ਖਾਸ ਕਰਕੇ ਫਾਰਮ ਹਾਊਸ ਵਿੱਚ ਗੋਰੀਆਂ ਨਾਲ ਬਿਤਾਈਆਂ ਰਾਤਾਂ ਤੇ ਉਹਦੇ ਰੋਕਣ ਤੇ ਖਾਧੀ ਠੋਡਿਆਂ ਦੀ ਮਾਰ ਦੀ ਤਸਵੀਰ ਲੰਘਣ ਲੱਗੀ। ਉਹ ਰੋਹ ਵਿੱਚ ਕੰਬਣ ਲੱਗੀ, ਪਰ ਨਰਮੇ ਨਾਲ ਬੋਲੀ, ਮੇਰਾ ਬਾਬਾ ਬੜਾ ਧਰਮਾਤਮਾ ਬੰਦਾ ਸੀ। ਕਹਿੰਦਾ ਹੁੰਦਾ ਸੀ, ਝੂਠ ਦੇ ਪੈਰ ਨਹੀਂ ਹੁੰਦੇ। ਚੁਗਲੀ ਜ਼ੁਬਾਨ ਦਾ ਕੋੜ ਹੈ। ਜਿਸ ਤੋਂ ਫਿਸਲ ਕੇ ਜਿਹਨ ਦਾ ਗੰਦ ਬੰਦਾ ਉਗਲਦਾ ਹੈ, ਉਹ ਜ਼ੁਬਾਨ ਸੜ ਜਾਂਦੀ ਆ। ਵਕੀਲ ਸਾਹਿਬ, ਇਹ ਬੰਦੇ ਆਪਣੇ ਬਦਫੈਲੀਆਂ ਵਾਲੇ ਕਿਰਦਾਰਾਂ ਨੂੰ ਲੁਕਾਉਣ ਲਈ ਮੈਨੂੰ ਬਦਚਲਣ ਤੇ ਬਦਕਾਰ ਦਾ ਰੁਤਬਾ ਅਪਣਾਉਣ ਲਈ ਕਹਿ ਰਹੇ ਨੇ। ਮੈਨੂੰ ਮਨਜ਼ੂਰ ਨਹੀਂ। ਇਹ ਮੈਨੂੰ ਤਲਾਕ ਦੇ ਕੇ ਇੰਡੀਆ ਜਾ ਕੇ ਮੁੰਡੇ ਦੀ ਬੋਲੀ ਲਾਉਣਾ ਚਾਹੁੰਦੇ ਨੇ। ਕਰ ਲੈਣ, ਪਰ ਤਲਾਕ ਦਾ ਜੋ ਮੈਂ ਕਾਰਨ ਇਹਨਾਂ ਦੱਸਿਆ ਨਾ, ਮੈਨੂੰ ਉਹ 'ਤੇ ਇਤਰਾਜ਼ ਆ। ਇਹਦਾ ਨਤਾਰਾ ਤਾਂ ਹੁਣ ਕੋਰਟ ਵਿੱਚ ਹੀ ਹੋਊ। ਸੁਖਰਾਜ ਅਜੇ ਕੁਝ ਅੱਗੋਂ ਕਹਿੰਦੀ, ਉਹਦਾ ਵਕੀਲ ਉਸ ਨੂੰ ਟੋਕ ਕੇ ਝਟਪਟ ਬੋਲ ਪਿਆ, ਮਿਸਿਜ ਸੁਖਰਾਜ, ਜੇ ਕੋਰਟ ਵਿੱਚ ਜਾਂਦੇ ਆ ਤਾਂ ਕੀ ਤੇਰੇ ਕੋਲ ਕੋਈ ਗਵਾਹ ਸਬੂਤ ਹੈ ਜੋ ਤੇਰੇ ਚਰਿੱਤਰ ਦੀ ਸਾਂਝੀ ਭਰਦਾ ਹੋਵੇ? ਗੁੱਜਰ ਉਹਦਾ ਭਰਾ ਤੇ ਉਹਦਾ ਬਾਪੂ ਮੁੱਛਾਂ ਵਿੱਚ ਹੱਸ ਪਏ। ਸਹੁਰਾ ਤੇ ਇਹ ਕਹਿਣ ਲੱਗਿਆ, ਖਸਮ ਵਿਸਾਰੇ ਤੇ ਕਮਜਾਤ। ਸੁਖਰਾਜ ਉਸੇ ਰੋਹ ਵਿੱਚ ਬੋਲੀ, ਹਾਂ ਹੈ। ਮੇਰਾ ਵਾਹਿਗੁਰੂ, ਮੇਰਾ ਪਰਵਿਦਗਾਰ, ਆਪ ਸੱਚੇ ਪਾਤਸ਼ਾਹ, ਸਿਰਫ ਰੱਬ ਦੀ ਗਵਾਹ ਹੈ। ਇਹ ਤੋਂ ਪਹਿਲਾਂ ਕਿ ਸੁਖਰਾਜ ਭਾਵੁਕ ਹੋ ਕੇ ਰੋ ਪੈਂਦੀ, ਉਹ ਛੇਤੀ ਨਾਲ ਆਪਣਾ ਬੈਗ ਸੰਭਾਲਦੀ ਉੱਠ ਖੜੀ ਹੋਈ। ਉਹਦੇ ਮਨ ਵਿੱਚ ਖਲਬਲੀ ਮਚ ਉੱਠੀ ਸੀ। ਉਹਦਾ ਵਕੀਲ ਹੀ ਉਹਦੇ ਖਿਲਾਫ ਹੋ ਗਿਆ ਸੀ। ਉਹ ਕਰ ਵੀ ਕੀ ਸਕਦੀ ਸੀ? ਤੇਜ਼ੀ ਨਾਲ ਕਮਰੇ 'ਚੋਂ ਬਾਹਰ ਜਾਂਦੀ ਆਪਣੇ ਵਕੀਲ ਨੂੰ ਕਹਿਣ ਲੱਗੀ, ਜਿੰਨੀ ਦੇਰ ਤਲਾਕ ਦੇ ਕਾਰਨ ਦਾ ਨਿਤਾਰਾ ਨਹੀਂ ਹੁੰਦਾ, ਅੱਗੋਂ ਸੈਟਲਮੈਂਟ ਨਹੀਂ ਹੋ ਸਕਦੀ। ਤੁਹਾਡੀ ਇੰਨੀ ਸਮਰੱਥਾ ਨਹੀਂ, ਇਸ ਲਈ ਮੈਨੂੰ ਤੁਹਾਡੀ ਜਿਹੀ ਸੇਵਾ ਦੀ ਵੀ ਕੋਈ ਲੋੜ ਨਹੀਂ। ਤੇ ਹਨੇਰੀ ਵਾਂਗ ਕਮਰੇ 'ਚੋਂ ਬਾਹਰ ਆ ਗਈ। ਮਗਰੇ ਹੀ ਉਹਦੇ ਨਾਲ ਉਹਦੀ ਵਰਕਰ ਵੀ। ਐਲੀਵੇਟਰ ਤੋਂ ਥੱਲੇ ਆ ਕੇ ਪਾਰਕਿੰਗ ਲਾਟ ਵਿੱਚ ਸਾਹ ਲਿਆ। ਉਹਦੀ ਵਰਕਰ ਉਸ ਨੂੰ ਪੁੱਛ ਰਹੀ ਸੀ ਕਿ ਉਹ ਠੀਕ ਤਾਂ ਹੈ। ਸੁਖਰਾਜ ਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਉਸ ਦੀ ਨਸ-ਨਸ 'ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸੀ। ਉਸਨੇ ਹੌਲੀ ਜਿਹੀ ਵਰਕਰ ਨੂੰ ਸ਼ੁਕਰੀਆ ਕਿਹਾ ਤੇ ਆਪਣੀ ਕਾਰ ਵਿੱਚ ਜਾ ਬੈਠੀ। ਉਹਦੇ ਝੂਠੇ ਫਰੇਬੀ ਪਤੀ ਵੱਲੋਂ ਲਾਏ ਦੂਸ਼ਣਾਂ ਤੇ ਆਪਣੀ ਬੱਚੀ ਬੇਬੀ ਰਾਣੀ ਨੂੰ ਆਪਣੀ ਬੱਚੀ ਮੰਨਣ ਤੋਂ ਇਨਕਾਰ ਕਰਨ ਤੇ ਤ੍ਰਹਿ ਗਈ ਸੀ। ਉਹਦੇ ਮਨ ਵਿੱਚ ਕਾਹਲ ਸੀ। ਕੋਈ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ। ਉਹ ਉਸੇ ਹਾਲਤ ਵਿੱਚ ਕੁਝ ਮਿੰਟ ਕਾਰ ਦੀ ਡਰਾਈਵਰ ਸੀਟ ਤੇ ਬੈਲਟ ਲਾ ਕੇ ਬੈਠੀ ਰਹੀ। ਉਹਦੀ ਸੋਚ ਹਰ ਪਾਸੇ ਦੌੜ ਰਹੀ ਸੀ। ਐਨੇ ਨੂੰ ਉਹਦੀ ਵਰਕਰ ਇਹ ਕਹਿੰਦੀ ਕਿ ਉਹਦੀ ਕਾਰ ਦਾ ਪੈਸੇਂਜਰ ਪਾਸੇ ਦਾ ਦਰਵਾਜ਼ਾ ਖੋਲ੍ਹ ਕੇ ਸੁਖਰਾਜ ਦੇ ਨਾਲ ਆ ਬੈਠੀ, ਕਿ ਉਹ ਉਸ ਨੂੰ ਇਸ ਹਾਲਤ ਵਿੱਚ ਇਕੱਲਿਆਂ ਗੱਡੀ ਚਲਾਉਣ ਦੇ ਸਕਦੀ।
ਵਰਕਰ ਸੁਖਰਾਜ ਨਾਲ ਹਮਦਰਦੀ ਜ਼ਾਹਰ ਕਰਦੀ ਬੋਲੀ ਕਿ ਉਹ ਹੌਸਲਾ ਕਰੇ ਕਿ ਕੋਈ ਨਾ ਕੋਈ ਤਾਂ ਹੱਲ ਲੱਭ ਹੀ ਪਏਗਾ। ਫਿਰ ਵਰਕਰ ਨੇ ਪੁੱਛਿਆ, ਤੂੰ ਬੇਬੀ ਰਾਣੀ ਦੇ ਅਸਲ ਪਿਤਾ ਦਾ ਸਹੀ ਪਤਾ ਲਾਉਣ ਲਈ DNA ਟੈਸਟ ਕਿਉਂ ਨਹੀਂ ਕਰਵਾ ਲੈਂਦੀ? ਸੁਖਰਾਜ ਨੂੰ ਲੱਗਿਆ ਜਿਵੇਂ ਇੱਕਦਮ ਉਹਦੇ ਮਸਤਕ ਵਿੱਚ ਕੋਈ ਬਲਬ ਜਗ ਗਿਆ ਹੋਵੇ, ਪਰ ਉਹ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਵਰਕਰ ਵੱਲ ਦੇਖ ਕੇ ਬੋਲੀ, ਸੋ ਤੂੰ ਵੀ ਇਹੋ ਸਮਝਦੀ ਆ ਜੋ ਦੂਸਰੇ ਸਮਝਦੇ ਨੇ? ਪਲੀਜ਼ ਤੂੰ ਇੱਥੋਂ ਚਲੀ ਜਾ, ਮੈਨੂੰ ਰਹਿਣ ਦੇ ਮੇਰੇ ਹਾਲ 'ਤੇ। ਉਹਦੀਆਂ ਅੱਖਾਂ ਫਿਰ ਭਰ ਆਈਆਂ। ਉਹ ਦੂਸਰੇ ਪਾਸੇ ਮੂੰਹ ਕਰਕੇ ਬੈਠ ਗਈ। ਵਰਕਰ ਉਸ ਨੂੰ ਬਾਏ ਕਹਿ ਕੇ ਚੁੱਪਚਾਪ ਕਾਰ 'ਚੋਂ ਉੱਠ ਕੇ ਚਲੀ ਗਈ। ਸੁਖਰਾਜ ਨੇ ਕਾਰ ਸਟਾਰਟ ਕੀਤੀ ਤੇ ਘਰ ਵੱਲ ਨੂੰ ਤੁਰ ਪਈ। ਸੋਚਾਂ 'ਚ ਡੁੱਬੀ ਨੂੰ ਅਚਾਨਕ 8-10 ਸਾਲ ਪਹਿਲਾਂ ਉਹਦੇ ਇੱਕ ਫਰੈਂਡ ਕੁਲਵੰਤ ਨਾਲ ਵਾਪਰੀ ਘਟਨਾ ਚੇਤੇ ਆ ਗਈ। ਉਸ ਨਾਲ ਵੀ ਤਾਂ ਇਹੀ ਵਾਪਰੀ ਸੀ। ਸੁਖਰਾਜ ਨੇ ਕਾਰ ਸਟਾਰਟ ਕਰ ਲਈ ਤੇ ਉੱਥੋਂ ਤੁਰ ਪਈ। ਕੁਲਵੰਤ ਆਪਣੇ ਪਤੀ ਦੀ ਕੁੱਟਮਾਰ ਹੱਥੋਂ ਤੰਗ ਆ ਕੇ ਜਦੋਂ ਘਰ ਛੱਡ ਕੇ ਗਈ ਸੀ, ਉਹ ਉਦੋਂ 3 ਮਹੀਨੇ ਦੀ ਗਰਭਵਤੀ ਸੀ ਤੇ ਪਾਸੇ ਜਾ ਕੇ ਦੋਹਾਂ ਬੱਚਿਆਂ ਨਾਲ ਬੇਸਮੈਂਟ ਲੈ ਕੇ ਰਹਿਣ ਲੱਗ ਪਈ ਸੀ। 6 ਮਹੀਨੇ ਪਿੱਛੋਂ ਜਦੋਂ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਤਾਂ ਸਾਰੇ ਰਿਸ਼ਤੇਦਾਰ ਭਾਈਚਾਰੇ ਵਿੱਚ ਖਬਰ ਫੈਲ ਗਈ ਕਿ ਉਹਦੇ ਪਹਿਲਾਂ ਹੀ ਕਿਸੇ ਨਾਲ ਸੰਬੰਧ ਸਨ। ਇਸੇ ਲਈ ਉਹ ਆਪਣੇ ਪਤੀ ਨੂੰ ਛੱਡ ਕੇ ਗਈ ਸੀ। 3 ਵੱਜ ਚੁੱਕੇ ਸਨ ਤੇ ਬੱਚਿਆਂ ਦੇ ਸਕੂਲ ਦਾ ਆਉਣ ਦਾ ਵੇਲਾ ਵੀ ਹੋ ਗਿਆ ਸੀ। ਇਹ ਤੋਂ ਪਹਿਲਾਂ ਉਸਨੇ ਬੇਬੀ ਰਾਣੀ ਨੂੰ ਵੀ ਬੇਬੀ ਸ਼ੀਟਰ ਦਿਓ ਚੁੱਕਣਾ ਸੀ। ਇਸ ਲਈ ਸੁਖਰਾਜ ਤੇਜ਼ੀ ਨਾਲ ਕਾਰ ਚਲਾਉਣ ਲੱਗੀ। ਘਰ ਆ ਗਈ ਬੇਬੀ ਕਾਰ ਸੀਟ ਵਿੱਚ ਸੌਂ ਗਈ ਸੀ। ਉਸ ਨੂੰ ਕਰੀਬ ਵਿੱਚ ਪਾ ਕੇ ਸੁਖਰਾਜ ਨੂੰ ਬੱਚਿਆਂ ਲਈ ਕੁਝ ਖਾਣ ਲਈ ਬਣਾਉਣ ਦੀ ਚਿੰਤਾ ਨੇ ਉਸ ਦੀ ਸੋਚ ਨੂੰ ਤੋੜਿਆ। ਉਹ ਕਿਚਨ ਵਿੱਚ ਆ ਗਈ। ਕੁਝ ਮਿੰਟਾਂ ਲਈ ਉੱਥੇ ਹੀ ਸਿਰ ਫੜ ਕੇ ਭੁੰਜੇ ਬੈਠ ਗਈ। ਸ਼ਾਇਦ ਚੱਕਰ ਆ ਗਿਆ ਸੀ ਉਸ ਨੂੰ। ਕੁਝ ਮਿੰਟਾਂ ਪਿੱਛੋਂ ਉੱਠੀ, ਸਿੰਕ ਵਿੱਚੋਂ ਟੂਟੀ ਦਾ ਠੰਡਾ ਪਾਣੀ ਛੱਡਿਆ, ਪਹਿਲਾਂ ਗਲਾਸ ਭਰ ਕੇ ਪੀਤਾ, ਫਿਰ ਮੂੰਹ ਪਾਣੀ ਦੇ ਛਿੱਟੇ ਮਾਰੇ। ਇੱਕ ਪਲ ਅੱਜ ਦੀਆਂ ਘਟਨਾਵਾਂ ਦੀ ਸੋਚ ਉਸ ਛੰਡਣੀ ਚਾਹੀ, ਪਰ ਇੱਕ ਪਛਤਾਵੇ ਦਾ ਭਾਵ ਉਸ ਨੂੰ ਦੋਸ਼ੀ ਬਣਾਉਣ ਲੱਗਿਆ। ਸੋਚਦੀ ਮੁੱਕ ਜਾਂਦਾ, ਨਿਬੜ ਜਾਂਦਾ। ਅੱਜ ਤਾਂ ਕਿੰਨਾ ਚੰਗਾ ਹੁੰਦਾ। 2 ਸਾਲਾਂ ਇਹੋ ਘੈਂਸ ਸੁਣ ਕੇ ਉਹਦਾ ਮਨ ਅੱਕ ਗਿਆ ਸੀ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪੈਂਦਾ ਜਦੋਂ ਇਸ ਸਾਰੇ ਕਾਸੇ ਬਾਰੇ ਸੋਚਦੀ। ਉਂਝ ਤਾਂ ਉਹਦਾ ਪਤੀ ਅਕਸਰ ਬੇਟੀ ਨੂੰ ਆਪਣੀ ਮੰਨਦਾ ਨਹੀਂ ਸੀ ਤੇ ਦੋਨੋਂ ਅਕਸਰ ਝਗੜਾ ਕਰਕੇ ਗੱਲ ਉਰੇ ਪਰੇ ਕਰ ਛੱਡਦੇ ਸੀ। ਪਰ ਅੱਜ ਜਦੋਂ ਗੁੱਜਰ ਨੇ ਸਾਰਿਆਂ ਦੇ ਸਾਹਮਣੇ ਵਕੀਲਾਂ ਦੀ ਹਾਜ਼ਰੀ ਵਿੱਚ ਬੇਬੀ ਰਾਣੀ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ ਤਾਂ ਸੁਖਰਾਜ ਦੇ ਸੱਤੀ ਕੱਪੜੇ ਅੱਗ ਲੱਗ ਗਈ, ਜਿਸ ਦਾ ਸੇਕ ਉਸ ਵਿੱਚੋਂ ਅਜੇ ਵੀ ਆ ਰਿਹਾ ਸੀ। ਪਹਿਲਾਂ ਤਾਂ ਉਹ ਹਾਸੇ ਨਾਲ ਹਾਸਾ ਸਮਝਦੀ ਰਹੀ, ਪਰ ਕਿਉਂਕਿ ਗੁੱਜਰ ਨੂੰ ਵੀ ਤਾਂ ਉਹ ਗੋਰੀਆਂ ਦਾ ਤਾਨਾ ਦੇ ਦਿੰਦੀ ਰਹੀ ਸੀ। ਪਰ ਅੱਜ ਮਾਮਲਾ ਗੰਭੀਰ ਤੇ ਠੋਸ ਹੋ ਗਿਆ ਸੀ। ਉਹ ਆਪਣੀ ਸਹੇਲੀ ਕੁਲਵੰਤ ਦੇ ਕੇਸ ਬਾਰੇ ਸੋਚਣੋਂ ਨਾ ਰਹਿ ਸਕੀ ਕਿ ਉਸਨੇ ਫਿਰ ਕੀ ਕੀਤਾ ਸੀ। ਉਹਦੇ ਅੰਦਰ ਕੁਲਵੰਤ ਨਾਲ ਗੱਲ ਕਰਕੇ ਆਪਣੀ ਸਥਿਤੀ ਦੱਸਣ ਦਾ ਮਨ ਕਰ ਆਇਆ। ਬੱਚਿਆਂ ਲਈ ਸੈਂਡਵਿਚ ਬਣਾ ਕੇ ਹਟੀ ਸੀ। ਦੋਨੋਂ ਬੱਚੇ ਆ ਗਏ ਤੇ ਆਉਂਦਿਆਂ ਲੱਗੇ ਰਿਮੋਟ ਪਿੱਛੇ ਘੋਲਣ। ਸੁਖਰਾਜ ਨੇ ਦੋਹਾਂ ਨੂੰ ਦਬਕਾ ਮਾਰਦਿਆਂ ਕਿਹਾ, ਪਹਿਲਾਂ ਹੱਥ ਮੂੰਹ ਧੋ ਕੇ ਆਪਣੀ ਸੈਂਡਵਿਚ ਖਾ ਲਓ, ਫਿਰ TV ਦੇਖੋ। ਸੁਖਰਾਜ ਨੇ ਆਪਣੀ ਇੱਕ ਪੁਰਾਣੀ ਡਾਇਰੀ 'ਚੋਂ ਕੁਲਵੰਤ ਦਾ ਫੋਨ ਨੰਬਰ ਲੱਭਿਆ। ਉਹਨੂੰ ਫੋਨ ਘੁਮਾ ਦਿੱਤਾ। ਅੱਗੋਂ ਕਿਸੇ ਆਦਮੀ ਦੀ ਆਵਾਜ਼ ਪੁੱਛ ਰਹੀ ਸੀ, ਹੈਲੋ ਕੌਣ? ਉਹ ਕੰਮ 'ਤੇ ਗਏ ਹੋਏ ਨੇ, 5 ਵਜੇ ਦੇ ਪਿੱਛੋਂ ਫੋਨ ਕਰ ਲਿਓ। ਤੇ ਉਸ ਆਦਮੀ ਨੇ ਫੋਨ ਰੱਖ ਦਿੱਤਾ। ਸੁਖਰਾਜ ਹੈਰਾਨ ਹੋਈ ਕਿ ਇਹ ਬੰਦਾ ਤਾਂ ਉਹ ਹੋ ਨਹੀਂ ਸਕਦਾ ਜਿਸ ਕਰਕੇ ਕੁਲਵੰਤ ਘਰੋਂ ਗਈ ਸੀ। ਹੋ ਸਕਦਾ ਕੁਲਵੰਤ ਨੇ ਹੋਰ ਵਿਆਹ ਕਰਵਾ ਲਿਆ ਹੋਵੇ। ਸਾਰੇ ਬੰਦੇ ਤਾਂ ਮਾੜੇ ਨਹੀਂ ਹੁੰਦੇ ਨਾ, ਕਿਸਮਤ ਨਾਲ ਚੰਗਾ ਬੰਦਾ ਵੀ ਮਿਲ ਸਕਦਾ ਹੈ। ਇਸ ਨਾਲ ਸੁਖਰਾਜ ਦੀ ਜਿਗਿਆਸਾ ਜਾਗ ਪਈ। ਇਹ ਜਾਣਨ ਲਈ ਉਹ ਤਾਵਲੀ ਹੋ ਗਈ ਕਿ ਸ਼ਾਇਦ ਉਸ ਦੇ ਦੁੱਖਾਂ ਦਾ ਅੰਤ ਲਈ ਕੋਈ ਹੱਲ ਮਿਲ ਜਾਵੇ। ਬੱਚੇ ਆਪਣੀ ਸੈਂਡਵਿਚ ਲੈ ਕੇ TV 'ਤੇ ਕਾਰਟੂਨ ਦੇਖਣ ਲੱਗ ਪਏ। ਬੇਬੀ ਰਾਣੀ ਅਜੇ ਸੁੱਤੀ ਪਈ ਸੀ। ਸੁਖਰਾਜ ਨੂੰ ਜਾਪਿਆ ਕਿ ਉਸ ਨੂੰ ਸਾਰਾ ਕੰਮ ਛੇਤੀ ਮੁਕਾ ਲੈਣਾ ਚਾਹੀਦਾ ਹੈ, ਕਿਉਂਕਿ ਉਹ 5 ਵਜੇ ਤੋਂ ਪਿੱਛੋਂ ਕੁਲਵੰਤ ਨਾਲ ਫੋਨ 'ਤੇ ਲੰਬੀ ਗੱਲਬਾਤ ਕਰਕੇ ਕਿਸੇ ਨਤੀਜੇ 'ਤੇ ਪਹੁੰਚਣਾ ਚਾਹੁੰਦੀ ਸੀ। ਸ਼ਾਮ ਦੇ ਖਾਣੇ ਦੀ ਓਹੜ-ਪੋਹੜ ਕਰਦੀ 5 ਵੱਜ ਗਏ। ਸੁਖਰਾਜ ਨੇ ਫਿਰ ਕੁਲਵੰਤ ਦਾ ਫੋਨ ਘੁਮਾਇਆ। ਅੱਗੋਂ ਉਸੇ ਬੰਦੇ ਨੇ ਚੁੱਕਿਆ ਤੇ ਉਸਨੇ ਕਿਹਾ ਕਿ ਲਓ ਜੀ 1 ਮਿੰਟ, ਉਹਨਾਂ ਨੂੰ ਫੜਾਉਣਾ।
ਫੋਨ ਰੱਖ ਦਿੱਤਾ। ਕੁਝ ਸਕਿੰਟਾਂ ਪਿੱਛੋਂ ਕੁਲਵੰਤ ਫੋਨ 'ਤੇ ਹੈਲੋ ਕਹਿ ਰਹੀ ਸੀ। ਹੈਲੋ ਕੁਲਵੰਤ, ਮੈਂ ਸੁਖਰਾਜ ਬੋਲ ਰਹੀ ਹਾਂ। ਹਾਂ ਸੁਖਰਾਜ, ਕੀ ਹਾਲ ਆ? ਜੁਗੜੇ ਹੋ ਗਏ ਤੇਰੇ ਨਾਲ ਗੱਲ ਕੀਤੀ। ਸੁਣਾ, ਸਭ ਕੁਝ ਠੀਕ ਠਾਕ ਤਾਂ ਹੈ? ਹਾਂ ਠੀਕ ਠਾਕ ਹੀ ਆ। ਕੁਝ ਰੁਝੇਵੇਂ, ਕੁਝ ਘਰ ਦੀਆਂ ਮਜਬੂਰੀਆਂ, ਬਸ ਫੋਨ ਹੀ ਨਹੀਂ ਕਰ ਹੋਇਆ। ਸਭ ਪਾਸੇ ਤੋਂ ਟੁੱਟ ਗਈਆਂ। ਤੇ ਕਹਿੰਦਿਆਂ ਸੁਖਰਾਜ ਦਾ ਗੱਚ ਭਰ ਆਇਆ, ਜੋ ਕੁਲਵੰਤ ਨੇ ਵੀ ਮਹਿਸੂਸ ਕਰ ਲਿਆ ਸੀ। ਉਹ ਬਹੁਤ ਹਲੀਮੀ ਨਾਲ ਬੋਲੀ, ਕੀ ਗੱਲ ਹੈ ਸੁਖੀ, ਤੂੰ ਇੰਨੀ ਭਰੀ ਪਈ ਐ? ਦੱਸ ਜੇ ਕੁਝ ਮੈਂ ਕਰ ਸਕਾਂ। ਕਿੱਥੋਂ ਸ਼ੁਰੂ ਕਰਾਂ? ਬਹੁਤ ਲੰਮੀ ਚੌੜੀ ਕਹਾਣੀ ਆ, ਤੇ ਸ਼ਾਇਦ ਔਰਤ ਦੀ ਕਹਾਣੀ ਇਸੇ ਤਰ੍ਹਾਂ ਹੀ ਲੰਮੀ ਚੌੜੀ ਹੁੰਦੀ ਆ। ਸੁਖਰਾਜ ਗਲਾ ਖੰਗੂਰ ਕੇ ਬੋਲੀ, ਕੇਸ ਕੋਰਟ ਵਿੱਚ ਚਲਾ ਗਿਆ। ਤੈਨੂੰ ਪਤਾ ਹੀ ਹੈ ਬੰਦਿਆਂ ਦਾ। ਆਹ 3 ਕੁ ਸਾਲ ਹੋਏ ਸਾਡੀ ਬੇਟੀ ਕੋਈ 10 ਸਾਲਾਂ ਪਿੱਛੋਂ ਹੋ ਗਈ। ਅਸੀਂ ਬਹੁਤਾ ਦੱਸਿਆ ਵੀ ਨਹੀਂ ਸੀ, ਉਂਝ ਹੀ ਸ਼ਰਮ ਆਉਂਦੀ ਸੀ ਕਿ ਪਹਿਲੇ 2 ਬੱਚੇ ਪਲੇ ਪਲਾਏ ਸਨ, ਹੁਣ ਬੁੱਢੇ ਬਾਰੇ ਇਹਨਾਂ ਨੂੰ ਹੋਰ ਬੱਚਾ ਲੈਣ ਦੀ ਕੀ ਲੋੜ ਸੀ। ਪਰ ਕੁਲਵੰਤ ਇਸ ਗੱਲ ਨੇ ਤਾਂ ਹੋਰ ਹੀ ਮੋੜ ਲੈ ਲਿਆ। ਉਸ ਨੇ ਤਾਂ ਮੇਰਾ ਨਾਂ ਹੀ ਕਿਸੇ ਅਨੋਬੜ ਬੰਦੇ ਨਾਲ ਜੋੜ ਕੇ ਤਲਾਕ ਫਾਈਲ ਕਰ ਦਿੱਤਾ। ਸੁਖਰਾਜ ਕੁਝ ਅਟਕੀ। ਕਹਿੰਦੇ ਹੋਣੇ ਮੇਰੀ ਨਹੀਂ ਕਿਸੇ ਹੋਰ ਦੀ ਆ। ਕੁਲਵੰਤ ਤਿੜ ਤਿੜ ਕੇ ਹੱਸ ਪਈ ਤੇ ਫਿਰ ਬੋਲੀ, ਆਹ ਸਾਡੇ ਨੇ ਥੋੜਾ ਕੀਤਾ ਸੀ ਕਲੇਸ਼। ਇੰਨਾ ਪੈਸਾ ਬਰਬਾਦ ਕੀਤਾ, ਕੋਟਾਂ ਵਿੱਚ ਨਿੱਤ ਜਾ ਕੇ ਧੱਕੇ ਖਾਦੇ, ਉੱਤੇ ਗੰਦ ਪਵਾਇਆ ਵਾਧੂ ਦਾ। ਇਸ ਤਰ੍ਹਾਂ ਲੱਗਾ ਜਿਵੇਂ ਕੁਲਵੰਤ ਦਾ ਕੋਈ ਪੁਰਾਣਾ ਜ਼ਖਮ ਉਗੜ ਗਿਆ ਹੋਵੇ। ਉਹ ਗੰਭੀਰ ਹੋ ਕੇ ਬੋਲੀ, ਸੁਖੀ, ਜੇ ਇਹ ਗੱਲ ਹੈ ਤਾਂ ਇਸ ਕਰਕੇ ਕੋਰਟ ਵਿੱਚ ਚਲਾ ਗਿਆ ਤਾਂ ਘਾਬਰੀ ਨਾ, DNA ਟੈਸਟ ਕਰਵਾਉਣ ਲਈ ਕੋਰਟ ਦਾ ਆਰਡਰ ਲੈ ਲੈ। ਮੈਂ ਵੀ ਬਹੁਤ ਭਟਕੀ ਸੀ ਥਾਂ ਥਾਂ, ਫਿਰ ਭਲਾ ਹੋਵੇ ਮੇਰੇ ਵਕੀਲ ਦਾ, ਉਹ ਤਾਂ ਰੱਬ ਦੀਆਂ ਜੜ੍ਹਾਂ ਤੱਕ ਜਾਣ ਨੂੰ ਤਿਆਰ ਹੋ ਗਈ ਸੀ। ਕੁਲਵੰਤ ਨੇ ਬੜੇ ਹੌਸਲੇ ਨਾਲ ਦੱਸਿਆ। ਸੁਖਰਾਜ ਨੇ ਬੜੀ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ਅੱਛਾ, ਮੇਰਾ ਵਕੀਲ ਤਾਂ ਮੈਨੂੰ ਭੱਜ ਭੱਜ ਕੇ ਪੈਂਦਾ, ਕਹਿੰਦਾ ਤੇਰੇ ਕੋਲ ਕੋਈ ਸਬੂਤ ਜਾਂ ਗਵਾਹ ਹੈਗਾ? ਮੈਂ ਤਾਂ ਪਰ ਗੁੱਸੇ ਵਿੱਚ ਆ ਕੇ ਉਹਨੂੰ ਕਹਿ ਦਿੱਤਾ ਕਿ ਉਹ ਤਾਂ ਦੂਜੀ ਧਿਰ ਦਾ ਪੱਖ ਪੂਰਦਾ ਲੱਗਦਾ ਸੀ, ਇਸ ਲਈ ਰਹਿਣ ਦੇਵੇ ਮੇਰਾ ਕੇਸ। ਚੱਲ ਚੰਗਾ ਕੀਤਾ। ਜੇ ਵਕੀਲ ਵੀ ਨਿਰਪੱਖ ਹੋ ਕੇ ਤੇਰੇ ਲਈ ਕੰਮ ਨਹੀਂ ਕਰਦਾ ਤਾਂ ਉਹ ਤੈਨੂੰ ਕੀ ਇਨਸਾਫ ਦਿਵਾਊਗਾ? ਤੂੰ ਮੇਰੀ ਵਕੀਲ ਨਹੀਂ ਦੇਖੀ ਪੈਟਰੀਸ਼ਾ, ਉਹਨੇ ਤਾਂ ਮੇਰੇ ਕੇਸ ਵਿੱਚ ਦੂਸਰੀ ਧਿਰ ਦੀਆਂ ਧੱਜੀਆਂ ਉਡਾ ਦਿੱਤੀਆਂ ਸੀ। ਇੱਕ ਵਾਰ ਤਦ DNA ਦਾ ਨਤੀਜਾ ਹੱਕ ਵਿੱਚ ਮਿਲ ਗਿਆ। ਕੁਲਵੰਤ ਬਹੁਤ ਹੌਸਲੇ ਵਿੱਚ ਸੀ। ਆ ਬੈਠਾ ਕੋਲ ਸੁਣਦਾ, ਇਸ ਬੰਦੇ ਨੇ ਇੰਨਾ ਪਛਤਾਵਾ ਕੀਤਾ ਮਗਰੋਂ ਕਿ ਰੱਬ ਨੇ ਵੀ ਇਹਨੂੰ ਮਾਫ ਕਰ ਦਿੱਤਾ। ਫਿਰ ਤੂੰ ਆਪਣੀ ਵਕੀਲ ਦਾ ਫੋਨ ਨੰਬਰ ਦੇ ਦੇ ਮੈਨੂੰ, ਮੈਂ ਵੀ ਆਪਣੀ ਕਿਸਮਤ ਇੱਕ ਵਾਰ ਅਜਮਾ ਕੇ ਦੇਖ ਲਵਾਂ, ਸੁਖਰਾਜ ਨੇ ਕਿਹਾ। ਸੁਖੀ ਤੂੰ ਘਬਰਾ ਨਾ, ਮੈਂ ਤੈਨੂੰ ਉਸੇ ਵਕੀਲ ਦਾ ਫੋਨ ਦਿੰਦੀ ਹਾਂ ਤੇ ਤੇਰੀ ਉਸ ਨਾਲ ਗੱਲ ਵੀ ਕਰਵਾ ਦਿਆਂਗੀ, ਕੁਲਵੰਤ ਨੇ ਪੂਰੇ ਯਕੀਨ ਨਾਲ ਕਿਹਾ। ਸੁਖਰਾਜ ਨੂੰ ਲੱਗਿਆ ਜਿਵੇਂ ਕੁਲਵੰਤ ਕਿਸੇ ਦੇਵਤੇ ਦਾ ਰੂਪ ਧਾਰਨ ਪ੍ਰਗਟ ਹੋਈ ਹੋਵੇ, ਵਾਹਿਗੁਰੂ ਨੇ ਉਹਦੀ ਆਵਾਜ਼ ਸੁਣ ਲਈ ਹੋਵੇ। ਉਸ ਨੇ ਵਕੀਲ ਦਾ ਫੋਨ ਲੈ ਕੇ ਕੁਲਵੰਤ ਦਾ ਧੰਨਵਾਦ ਕੀਤਾ, ਉਸ ਨਾਲ ਗੱਲਬਾਤ ਕਰਦੇ ਰਹਿਣ ਦਾ ਵਾਅਦਾ ਕਰਕੇ ਫੋਨ ਰੱਖ ਦਿੱਤਾ। ਸੁਖਰਾਜ ਨੇ ਮਹਿਸੂਸ ਕੀਤਾ ਕਿ ਉਹਦੀ ਤਾਕਤ ਵਾਪਸ ਆ ਗਈ ਆ। ਆਪਣੇ ਆਪ ਵਿੱਚ ਅੰਤਾਂ ਦਾ ਜੋਸ਼ ਮਹਿਸੂਸ ਕਰਨ ਲੱਗੀ, ਆਪਣੇ ਆਪ ਨੂੰ ਆਖਰੀ ਲੜਾਈ ਲਈ ਤਿਆਰ ਕਰਨ ਲੱਗੀ। ਉਸ ਨਵੀਂ ਵਕੀਲ ਨੂੰ ਫੋਨ ਕਰਕੇ ਸੁਖਰਾਜ ਨੇ ਉਸ ਨੂੰ ਕੇਸ ਲੈਣ ਬਾਰੇ ਬੇਨਤੀ ਕੀਤੀ ਤੇ ਉਹ ਮੰਨ ਗਈ। ਉਸ ਪਿੱਛੋਂ ਜਿਸ ਤਰੀਕੇ ਨਾਲ ਉਸ ਨੇ ਕੇਸ ਨੂੰ ਕੋਰਟ ਵਿੱਚ ਪੇਸ਼ ਕੀਤਾ, ਉਹ ਸੁਖਰਾਜ ਲਈ ਹੈਰਾਨੀਜਨਕ ਸੀ। ਉਸ ਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਸ ਨੇ DNA ਰਾਹੀਂ ਇਹ ਗੱਲ ਸਾਬਿਤ ਕਰ ਦਿੱਤੀ ਸੀ ਕਿ ਬੇਬੀ ਰਾਣੀ ਗੁਰਜੀਤ ਦੀ ਹੀ ਤੁਖਤ ਹੈ, ਤੇ ਨਾਲ ਹੀ ਉਸ ਨੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਕੀਤੇ ਜਾਇਦਾਦ ਉੱਤੇ ਝੂਠੇ ਕਲੇਮਾਂ ਦਾ ਵੀ ਪਰਦਾ ਫਾਸ਼ ਕਰ ਦਿੱਤਾ। ਜਦੋਂ ਉਹ ਇਹ ਸਾਬਿਤ ਕੀਤਾ ਕਿ ਉਹਨਾਂ ਨੇ ਕਿਸੇ ਵੀ ਘਰ ਦੀ ਕੋਈ ਕਿਸ਼ਤ ਨਹੀਂ ਦਿੱਤੀ, ਉਹ ਘਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਗੁਰਜੀਤ ਤੇ ਸੁਖਰਾਜ ਨੇ ਸਾਂਝੇ ਪੈਸੇ ਨਾਲ ਖਰੀਦਿਆ ਸੀ, ਜਿਸ ਦੇ ਅੱਧੇ ਦੀ ਉਹ ਹੱਕਦਾਰ ਆ, ਤੇ 3 ਬੱਚਿਆਂ ਦੀ ਉਹਦੇ ਕੋਲ ਕਸਟਡੀ ਹੋਵੇਗੀ ਤੇ ਉਹਨਾਂ ਦਾ ਪਿਤਾ 3 ਬੱਚਿਆਂ ਦਾ ਖਰਚਾ ਦੇਵੇਗਾ। ਹਾਂ, ਉਹ ਸੀਨ ਬੜਾ ਦਿਲਚਸਪ ਸੀ। ਜਦੋਂ ਸੁਖਰਾਜ ਦੀ ਵਕੀਲ ਨੇ ਸੁਖਰਾਜ ਉੱਤੇ ਉਹਦੇ ਪਤੀ ਵੱਲੋਂ ਲਾਏ ਬਦਚਲਨੀ ਦੇ ਦੂਸ਼ਣ ਨੂੰ ਗਲਤ ਸਾਬਿਤ ਕਰਨ ਲਈ ਉਸ ਬੰਦੇ ਨੂੰ ਕੋਰਟ ਵਿੱਚ ਹਾਜ਼ਰ ਹੋਣ ਦਾ ਆਰਡਰ ਲਿਆ, ਜਿਸ ਨਾਲ ਗੁਰਜੀਤ ਸਿੰਘ ਆਪਣੀ ਪਟੀਸ਼ਨ ਵਿੱਚ ਸੁਖਰਾਜ ਦੇ ਨਾਮ ਨਾਲ ਜੋੜ ਕੇ ਤਲਾਕ ਦੇਣ ਦਾ ਕਾਰਨ ਦੱਸਦਾ ਸੀ।
ਉਸ ਸਮੇਂ ਇੱਕ ਪਲ ਲਈ ਗੁਰਜੀਤ ਸਿੰਘ ਤੇ ਉਹਦੇ ਪਰਿਵਾਰ ਦਾ ਸਿੰਘਾਸਨ ਇੱਕ ਵਾਰ ਪੂਰਾ ਡੋਲ ਗਿਆ ਸੀ। ਗੁਰਜੀਤ ਸਿੰਘ ਨੇ ਰਾਤੋਂ ਰਾਤ ਉਸ ਬੰਦੇ ਬਿੱਕਰ ਸਿੰਘ ਨੂੰ ਜਾ ਸਾਰੀ ਸਟੋਰੀ ਸੁਣਾਈ ਤੇ ਮਿੰਨਤ ਕੀਤੀ ਕਿ ਉਹ ਪੈਸੇ ਲੈ ਲਵੇ ਤੇ ਮੰਨ ਜਾਵੇ ਕਿ ਉਸ ਦੀ ਬੀਵੀ ਸੁਖਰਾਜ ਕੌਰ ਨਾਲ ਉਹਦੇ ਨਜਾਇਜ਼ ਸੰਬੰਧ ਸਨ। ਉਹ ਗੁਰਜੀਤ ਸਿੰਘ ਨਾਲ ਪਿਛਲੇ ਕਈ ਸਾਲਾਂ ਤੋਂ ਮਿਲ ਵਿੱਚ ਕੰਮ ਕਰਦਾ ਸੀ। ਅਕਸਰ ਲੰਚ ਸਮੇਂ ਦੌਰਾਨ ਆਪਣੇ ਮਾਚੋ ਪਿਆਰ ਦੇ ਕਿੱਸੇ ਸੁਣਾਇਆ ਕਰਦਾ ਸੀ। ਪਰ ਇਹ ਤਾਂ ਉਸ ਨੇ ਵੀ ਨਹੀਂ ਸੀ ਸੋਚਿਆ ਕਿ ਇੱਕ ਦਿਨ ਉਸ ਨਾਲ ਕੰਮ ਕਰਦਾ ਬੰਦਾ ਇਸ ਤਰ੍ਹਾਂ ਆਪਣੀ ਬੀਵੀ ਨੂੰ ਬਦਨਾਮ ਕਰਨ ਲਈ ਉਹਦੇ ਨਾਂ ਦਾ ਨਜਾਇਜ਼ ਫਾਇਦਾ ਉਠਾ ਕੇ ਉਸ ਨਾਲ ਜੋੜ ਕੇ ਅਦਾਲਤ ਵਿੱਚ ਲੈ ਜਾਵੇਗਾ। ਉਸ ਵੇਲੇ ਤਾਂ ਉਸ ਨੇ ਕਿਹਾ ਕਿ ਸੋਚੇਗਾ, ਨਾਲ ਹੀ ਉਸ ਦੀ ਬੀਵੀ ਨੂੰ ਬਦਨਾਮੀ ਦਾ ਜਾਮਾ ਪਾਉਣ ਦਾ ਕਾਰਨ ਬਣਨ ਲਈ ਘੱਟੋ ਘੱਟ $25,000 ਸੁਪਾਰੀ ਲਏਗਾ। ਕੋਰਟ ਦੀ ਤਾਰੀਖ ਪਰਸੋਂ ਦੀ ਸੀ ਤੇ ਉਸ ਨੂੰ ਸੋਚਣ ਦਾ ਵਕਤ ਚਾਹੀਦਾ ਸੀ। ਇੱਧਰੋਂ ਸੁਖਰਾਜ ਦੇ ਵਕੀਲ ਨੇ ਉਸ ਨਾਲ ਮੀਟਿੰਗ ਕਰਕੇ ਬਿਲਕੁਲ ਇਹ ਗੱਲ ਸਪਸ਼ਟ ਕਰਨੀ ਚਾਹੀ ਕਿ ਜੇ ਉਹਦੇ ਸੱਚਮੁੱਚ ਸੰਬੰਧ ਸਨ ਤਾਂ ਹੁਣ ਗੱਲ ਸਾਫ਼ ਕਰ ਲਵੇ। ਸੁਖਰਾਜ ਨੇ ਪੋਲੀਗ੍ਰਾਫ ਦਾ ਟੈਸਟ ਵੀ ਦਿੱਤਾ। ਉਹ ਬਿਲਕੁਲ ਸੱਚੀ ਤੇ ਸੁੱਚੀ ਸੀ। ਉਹ ਕਹਿੰਦੀ ਕਿ ਉਹ ਤਾਂ ਉਸ ਬੰਦੇ ਨੂੰ ਜਾਣਦੀ ਤੇ ਦੂਰ ਦੀ ਪਹਿਚਾਣਦੀ ਵੀ ਨਹੀਂ ਕਿ ਕਿਤੇ ਦੇਖਿਆ ਜਾਂ ਮਿਲਿਆ ਹੋਵੇ। ਉਸ ਨੂੰ ਤਾਂ ਪਤਾ ਸੀ ਕਿ ਉਹਦਾ ਪਤੀ ਘਰ ਆ ਕੇ ਇਹੋ ਜਿਹੀਆਂ ਕਈ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਕਿ ਫਲਾਣੇ ਦੀ ਬੀਵੀ ਦੇ ਫਲਾਣੇ ਬੰਦੇ ਨਾਲ ਸੰਬੰਧ ਨੇ। ਇਹ ਬੰਦਾ ਅਕਸਰ ਇਹੋ ਹੀ ਹੁੰਦਾ ਸੀ, ਪਰ ਉਸ ਕਦੀ ਵੀ ਨਾਮ ਨਹੀਂ ਸੀ ਲਿਆ। ਹਾਂ, ਇੰਨਾ ਜ਼ਰੂਰ ਕਹਿੰਦਾ ਹੁੰਦਾ ਸੀ ਕਿ ਉਹਦੇ ਕੰਮ 'ਤੇ ਇੱਕ ਬੰਦਾ ਕੰਮ ਕਰਦਾ। ਉਹ ਅਕਸਰ ਨਾਲ ਕੰਮ ਕਰਦੇ 2 ਵਰਕਰਾਂ ਦੀਆਂ ਬੀਵੀਆਂ ਨਾਲ ਲੰਚ ਟਾਈਮ ਉਹਨਾਂ ਦੇ ਘਰ ਜਾ ਕੇ ਬਦਫੈਲੀ ਕਰਦਾ। ਪਰ ਉਦੋਂ ਪਤੀ ਪਤਨੀ ਵਿਚਕਾਰ ਅਜਿਹੀਆਂ ਗੱਲਾਂ ਅਕਸਰ ਬੈੱਡਰੂਮ ਟਾਕ ਹੁੰਦੀਆਂ ਨੇ। 2 ਦਿਨ ਲੰਘ ਗਏ। ਗੁਰਜੀਤ ਨੇ ਬਿੱਕਰ ਸਿੰਘ ਦੇ ਘਰ 4 ਗੇੜੇ ਮਾਰੇ। ਚੌਥੇ ਗੇੜੇ $25,000 ਵੀ ਲੈ ਗਿਆ। ਇਹ ਤੋਂ ਪਹਿਲਾਂ ਕਿ ਬਿੱਕਰ ਸਿੰਘ ਆਪਣੀ ਹੋਣ ਵਾਲੀ ਬਦਨਾਮੀ ਨੂੰ ਰੋਕਣ ਦੀ ਜੁਗਤ ਸੋਚਦਾ ਸੁਖਰਾਜ ਕੌਰ ਦੇ ਵਕੀਲ ਕੋਲ ਪਹੁੰਚ ਗਿਆ ਤੇ ਉਸ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਕਿ ਉਹ ਕੱਲ੍ਹ ਨੂੰ ਅਦਾਲਤ ਵਿੱਚ ਗਵਾਹੀ ਦੇਣ ਨੂੰ ਤਿਆਰ ਹੈ ਕਿ ਇਹ ਸਭ ਕੁਝ ਗੁਰਜੀਤ ਸਿੰਘ ਨੇ ਆਪਣੀ ਬੀਵੀ ਨੂੰ ਸਿਰਫ ਬਦਨਾਮ ਕਰਨ ਤੇ ਉਹ ਤੋਂ ਬੱਚੇ ਖੋਹਣ ਦਾ ਯੰਤਰ ਰਚਿਆ ਸੀ, ਜਿਸ ਵਿੱਚ ਉਸ ਨੇ ਉਸ ਦੀ ਇੱਜ਼ਤ ਦਾ ਵੀ ਸੌਦਾ ਕੀਤਾ ਹੈ। ਐਨ ਉਦੋਂ ਜਦੋਂ ਗੁਰਜੀਤ ਸਿੰਘ ਬਿੱਕਰ ਸਿੰਘ ਨੂੰ ਸੁਪਾਰੀ ਦੇ ਕੇ ਉਹਦੇ ਘਰੋਂ ਨਿਕਲ ਰਿਹਾ ਸੀ, ਬਾਹਰ ਪੁਲਿਸ ਨੇ ਘੇਰਾ ਪਾ ਲਿਆ ਤੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਦੂਜੇ ਦਿਨ ਅਦਾਲਤ ਵਿੱਚ ਉਹਦੀ ਪੇਸ਼ੀ ਸੀ ਤੇ ਆਪਣੇ ਜੁਰਮ ਦਾ ਇਕਬਾਲ। ਉਸ ਦੀ ਹਮਾਇਤ ਵਿੱਚ ਟੱਬਰ ਦਾ ਕੋਈ ਵੀ ਜੀਅ ਨਹੀਂ ਸੀ ਉੱਥੇ, ਸਿਵਾਏ ਉਹਦੇ ਬਾਪ ਦੇ, ਜਿਸ ਦਾ ਚਿਹਰਾ ਦੁੱਖ ਤੇ ਗਿਲਾਨੀ ਨਾਲ ਇਸ ਤਰ੍ਹਾਂ ਭਰਿਆ ਹੋਇਆ ਸੀ ਜਿਵੇਂ ਉਹਦੇ ਮੁੱਖ 'ਚੋਂ ਬਾਰ-ਬਾਰ ਉਚਰਨ ਵਾਲੀ ਤੁਕ ਖਸਮ ਵਿਸਾਰੇ ਤੇ ਕਮਜਾਤ ਪੁੱਠੀਆਂ ਮੇਖਾਂ ਬਣ ਕੇ ਉਹਦੇ ਆਪਣੇ ਸਗਲੇ ਵਜੂਦ ਦੇ ਜ਼ਿਹਨ ਵਿੱਚ ਪੁੜ ਗਈ ਹੋਵੇ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੀ, ਤੇ ਇਸ ਕਹਾਣੀ ਤੋਂ ਤੁਹਾਨੂੰ ਸਿੱਖਣ ਨੂੰ ਵੀ ਕੁਝ ਮਿਲਿਆ ਹੋਵੇਗਾ। ਕਿਸੇ ਨੂੰ ਬਦਨਾਮ ਕਰਨਾ ਜਾਂ ਕਿਸੇ ਨੂੰ ਇਸਤੇਮਾਲ ਕਰਨਾ ਕਿਸੇ ਵੀ ਇਨਸਾਨ ਨੂੰ ਸ਼ੋਭਾ ਨਹੀਂ ਦਿੰਦਾ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇਗੀ ਜੀ। ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ।